ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਣ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਦੋਸਤੋ, ਕੁਝ ਦਿਨ ਪਹਿਲਾਂ ਐਡਮਿੰਟਨ ਮਿਲਵੁਡਸ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਉੱਪਲ ਵੱਲੋਂ ਪਬਲਿਕਲੀ ਅਪੋਲੋਜੀ ਫੀਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜਦੋਂ ਉਹ ਹਾਰਪਰ ਸਰਕਾਰ ਦੇ ਵਿੱਚ ਮਿਨਿਸਟਰ ਆਫ ਸਟੇਟ ਫਾਰ ਮਲਟੀਕਲਚਰਿਜ਼ਮ ਸਨ ਔਰ ਉਸ ਸਮੇਂ ਜੋ ਕਲਚਰਲ ਡਿਵਿਸਿਵ ਪਾਲਿਸੀ ਸੀਗੀਆਂ ਉਹਨਾਂ ਨੇ ਉਹਨਾਂ ਦੇ ਅਗੇਂਸਟ ਕੋਈ ਬਹੁਤਾ ਵਧੀਆ ਸਟੈਂਡ ਨਹੀਂ ਲੈ ਸਕੇ, ਬੇਬਾਕ ਹੋ ਕੇ ਨਹੀਂ ਬੋਲ ਸਕੇ। ਉਹ ਕੀ ਕਾਰਨ ਸਨ, ਇਹ ਮਾਫੀ ਹੁਣ ਹੀ ਕਿਉਂ ਮੰਗੀ ਗਈ, ਇਸ ਤਰ੍ਹਾਂ ਦੇ ਕੁਝ ਹੋਰ ਮੁੱਦੇ ਨੇ ਜਿਨ੍ਹਾਂ ਪਰ ਗੱਲਬਾਤ ਹੋਵੇਗੀ। ਅੱਜ ਸਾਡੇ ਨਾਲ ਸਰਦਾਰ ਟਿਮ ਉੱਪਲ ਜੀ ਸਟੂਡੀਓ ਵਿੱਚ ਜੁੜ ਚੁੱਕੇ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਜੀ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੇ ਜਿਵੇਂ ਤੁਹਾਡੇ ਨਾਲ ਆਪਾਂ ਜ਼ਿਕਰ ਕੀਤਾ ਕਿ ਰੀਸੈਂਟਲੀ ਇੱਕ ਅਪੋਲੋਜੀ ਸਟੇਟਮੈਂਟ ਤੁਸੀਂ ਦਿੱਤੀ। ਹਾਂਜੀ, ਉਸ ਵੇਲੇ ਤੁਸੀਂ ਮਿਨਿਸਟਰ ਆਫ ਸਟੇਟ ਸੀਗੇ ਫॉर ਮਲਟੀਕਲਚਰਿਜ਼ਮ। ਹਾਂਜੀ, ਤੁਸੀਂ ਕਿਹਾ ਵੀ ਹੁਣ ਰਿਗਰੈਟ ਫੀਲ ਕਰਦੇ ਜੇ। ਉਸ ਸਮੇਂ ਤੁਸੀਂ ਪੂਰਾ ਸਟਰੋਂਗਲੀ ਜਿਹੜੀ ਡਿਵਿਸਿਵ ਪਾਲਿਸੀ ਸੀ, ਖਾਸ ਕਰਕੇ ਜਿਹੜਾ ਮੁਸਲਿਮ ਭਾਈਚਾਰੇ ਨੂੰ ਐਟ ਦੀ ਟਾਈਮ ਆਫ ਜਿਹੜੀ ਸਿਟੀਜ਼ਨਸ਼ਿਪ ਸੈਰੇਮਨੀ ਹੈ, ਹਾਂਜੀ, ਕਿ ਨਕਾਬ ਜਿਹੜਾ ਵਾ ਉਹਦੇ ਉੱਪਰ ਬੈਨ ਲਾਉਣਾ ਸੀਗਾ। ਸੋ ਤੁਸੀਂ ਹੁਣ ਕਿਵੇਂ ਰੀਅਲਾਈਜ਼ ਕੀਤਾ ਕਿ ਬਈ ਉਸ ਸਮੇਂ ਮੈਂ ਪ੍ਰੋਪਰ ਇਹਦੀ ਜਿਹੜੀ ਆ ਐਡਵੋਕੇਸੀ ਨਹੀਂ ਕਰ ਪਾਇਆ? ਦੇਖੋ ਜੀ, ਉਸ ਵੇਲੇ ਉਹ ਪਾਲਿਸੀ ਇੱਦਾਂ ਸੀਗਾ ਵੀ ਜਿਹੜੀ ਸਿਟੀਜ਼ਨਸ਼ਿਪ ਸੈਰੇਮਨੀ ਵੇਲੇ ਵੀ ਜੋ ਤੁਸੀਂ ਓਥ ਲੈਂਦੇ ਹੋ ਵੀ ਉਦੋਂ ਜਿਹੜੇ 30 ਘੰਟੇ ਦੀ ਗੱਲ ਆ ਵੀ ਆਪਾਂ ਨੂੰ ਨਿਕਾਬ ਲਿਫਟ ਕਰਨਾ ਚਾਹੀਦਾ, ਵੀ ਫੇਸ ਦੇਖਣਾ ਚਾਹੀਦਾ। ਇਸ ਦੇ ਵਿੱਚ ਕਾਫੀ ਕੰਸਲਟੇਸ਼ਨ ਵੀ ਹੋਈ ਆ, ਹੋਰ ਕੰਟਰੀਜ਼ ਦੇ ਵਿੱਚ ਚੈੱਕ ਕੀਤਾ ਵੀ ਜੇ ਕੋਈ ਕੋਰਟ ਦੇ ਵਿੱਚ ਜਾਂਦੇ ਨੇ ਜਾਂ ਆਪਣੇ ਪਾਸਪੋਰਟ ਪਿਕਚਰ ਖਿਚਾਉਂਦੇ ਆ, ਡਰਾਈਵਰ ਲਾਇਸੈਂਸ ਖਿਚਾਉਂਦੇ ਆ, ਵੀ ਉਦੋਂ ਵੀ ਲਿਫਟ ਕਰਦੇ ਆ ਨਿਕਾਬ। ਸੋ ਉਸ ਵੇਲੇ ਇੰਨਾ ਨਹੀਂ ਲੱਗਿਆ ਵੀ ਹਾਂ ਵੀ ਇਹਦੇ ਵਿੱਚ ਕਿੰਨਾ ਕੁ ਰੌਲਾ ਪੈ ਸਕਦਾ, ਵੀ ਅਦਰ ਕੰਟਰੀਜ਼ ਡੂ ਦ ਸੇਮ ਥਿੰਗ, ਸਪੈਸ਼ਲੀ ਜਦੋਂ ਤੁਸੀਂ ਅਫੀਸ਼ੀਅਲ ਕੋਈ ਓਥ ਲੈਂਦੇ ਆ ਜੋ ਹੋਰ ਕੁਛ। ਸੋ ਗੱਲ ਉਹ ਨਹੀਂ ਸੀਗੀ ਵੀ ਟੈਕਨੀਕਲੀ ਉਸ ਇਸ਼ੂ 'ਤੇ, ਗੱਲ ਇਹ ਸੀਗੀ ਵੀ ਜਦੋਂ ਉਸ ਤੋਂ ਬਾਅਦ 'ਚ ਜਿਹੜੀ ਕਹਿ ਲਓ ਵੀ ਨੈਸ਼ਨਲ ਡਿਬੇਟ ਚੱਲੀ ਆ, ਜੋ ਉਸ 'ਤੇ ਜਿਹੜੇ ਕਾਫੀ ਨੈਗੇਟਿਵ ਤਰੀਕੇ ਦੇ ਨਾਲ ਡਿਸਕਸ਼ਨ ਹੋਈ ਆ, ਉਦੋਂ ਆਈ ਕੁਡ ਹੈਵ ਬੀਨ ਮੋਰ ਫੋਰਸਫੁਲ ਵੀ ਕੈਨ ਨੋ ਵੀ ਲਿਸਨ, ਆਪਾਂ ਨੂੰ ਇਸ ਪਾਸੇ ਨੂੰ ਨਹੀਂ ਜਾਣਾ ਚਾਹੀਦਾ ਜੀ, ਰਾਈਟ। ਐਂਡ ਆਈ ਨੋ ਇਟਸ ਆਲਵੇਜ਼ ਈਜ਼ੀ ਟੂ ਲੁੱਕ ਬੈਕ, ਵੀ ਚਲੋ ਹੁਣ ਕਹਿਣਾ ਸੌਖਾ ਹੀ ਆ ਵੀ ਉਦੋਂ ਕਰਨਾ ਨਹੀਂ ਚਾਹੀਦਾ ਸੀ। ਸੋ ਦੈਟਸ ਵਾਟ ਆਮ ਸੇਇੰਗ ਵੀ ਹਾਂ ਵੀ ਮੈਂ ਉਸ ਵੇਲੇ ਆਈ ਕੁਡ ਹੈਵ ਬੀਨ ਮੋਰ ਫੋਰਸਫੁਲ। ਅਤੇ ਇਹ ਨਹੀਂ ਗਾ ਵੀ ਮੈਂ ਹੁਣੇ ਕਹਿ ਰਿਹਾ ਬਿਕਾਜ਼ ਆਫ ਰਾਈਟ ਨਾਓ। ਇਹ ਕੁਛ ਟਾਈਮ ਪਹਿਲਾਂ ਜਦੋਂ 2015 ਇਲੈਕਸ਼ਨ ਤੋਂ ਬਾਅਦ ਅਸੀਂ ਇਲੈਕਸ਼ਨ ਹਾਰ ਗਏ ਸੀ ਜੀ। ਸੋ ਦੈਟ ਵਾਜ਼ ਡਨ। ਮੈਂ ਵੀ ਆਈ ਵਾਜ਼ ਡੂਇੰਗ ਅਦਰ ਥਿੰਗਸ, ਆਈ ਵਾਜ਼ ਅ ਪ੍ਰਾਈਵੇਟ ਸਿਟੀਜ਼ਨ। ਅਤੇ ਉਸ ਵੇਲੇ ਕਾਫੀ ਲੋਕਾਂ ਨਾਲ ਗੱਲ ਹੋਈ ਆ, ਸਪੈਸ਼ਲੀ ਜਿਹੜੇ ਆਪਣੇ ਮੁਸਲਿਮ ਕਮਿਊਨਿਟੀ ਦੇ ਵਿੱਚ ਫਰੈਂਡਸ ਨੇ ਜਾਂ ਹੋਰ ਸੀ ਕੌਂਟੈਕਟਸ, ਉਦੋਂ ਵੀ ਉਹ ਕਹਿੰਦੇ ਅਸੀਂ ਤੁਹਾਡੀ ਪਾਰਟੀ ਦੇ ਨਾਲ ਬਹੁਤ ਗੱਲਾਂ ਦੇ ਨਾਲ ਅਸੀਂ ਸਹਿਮਤ ਹਾਂ, ਤੁਹਾਡੇ ਜਸਟਿਸ ਇਸ਼ੂਜ਼ ਦੇ ਨਾਲ, ਤੁਸੀਂ ਇਕਨੋਮਿਕ ਪੋਲਿਸੀ ਦੇ ਨਾਲ, ਜਿਹੜੇ ਹਿਸਾਬ ਨਾਲ ਤੁਸੀਂ ਕੰਟਰੀ ਰਨ ਕਰ ਰਹੇ ਹੋ, ਜਾਂ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਅਸੀਂ ਤੁਹਾਡੇ ਨਾਲ ਅਗਰੀ ਕਰਦੇ ਹਾਂ। ਪਰ ਇੱਕ ਦੋ ਗੱਲਾਂ ਨੇ ਸਾਨੂੰ ਲੱਗਦਾ ਵੀ ਤੁਸੀਂ ਸਾਨੂੰ ਲਾਈਕ ਨਹੀਂ ਕਰਦੇ, ਜਾਂ ਤੁਸੀਂ ਸਾਨੂੰ ਐਜ਼ ਏ ਉਹਨੇ ਕੈਨੇਡੀਅਨ ਨਹੀਂ ਮੰਨਦੇ। ਸੋ ਉਸ ਟਾਈਮ ਤੋਂ ਬਾਅਦ 'ਚ ਮੈਨੂੰ ਵੀ ਕਾਫੀ ਫੀਲ ਹੋਇਆ ਵੀ ਹਾਂ ਵੀ ਉਹ ਜਿਹੜੇ ਕੁਛ ਸਟੈਪਸ ਸੀ ਉਹ ਗਲਤ ਆ, ਵੀ ਸਾਨੂੰ ਅਸੀਂ ਜਿਹੜੇ ਮੇਨ ਚੀਜ਼ਾਂ ਨੇ ਕੈਨੇਡਾ ਵਾਸਤੇ ਉਸ ਦੀ ਚੀਜ਼ 'ਤੇ ਫੋਕਸ ਕਰਨਾ ਚਾਹੀਦਾ, ਅਤੇ ਜਿਹੜੇ ਇਹ ਜਿਹੜੇ ਇਸ਼ੂਜ਼ ਨੇ ਇਹਨਾਂ 'ਤੇ ਸਾਨੂੰ ਨਹੀਂ ਇਹੋ ਜਿਹੇ ਸਟੈਪ ਲੈਣਾ ਚਾਹੀਦਾ ਸੀ। ਸੋ ਉਸ ਕਰਕੇ ਫਿਰ ਜਦੋਂ ਟੈਰਰਿਸਟ ਅਟੈਕ ਹੋਇਆ ਲੰਡਨ ਦੇ ਵਿੱਚ ਜੀ, ਅਤੇ ਮੈਂ ਕੁਛ ਮੁਸਲਿਮ ਕਮਿਊਨਿਟੀ ਲੀਡਰਸ ਦੇ ਨਾਲ ਹੋਰਾਂ ਨਾਲ ਵੀ ਗੱਲ ਕਰ ਰਿਹਾ ਸੀਗਾ, ਉਦੋਂ ਮੈਨੂੰ ਲੱਗਿਆ ਵੀ ਓਕੇ ਵੀ ਜੇ ਮੈਂ ਤੁਹਾਨੂੰ ਪ੍ਰਾਈਵੇਟਲੀ ਤੁਹਾਨੂੰ ਕਹਿ ਸਕਦਾ ਵੀ ਹਾਂ ਵੀ ਅਸੀਂ ਉਦੋਂ ਵੀ ਨਹੀਂ ਸਾਨੂੰ ਕਰਨਾ ਚਾਹੀਦਾ, ਵੀ ਮੈਂ ਐਜ਼ ਏ ਇਲੈਕਟਡ ਅਫੀਸ਼ੀਅਲ ਮੈਨੂੰ ਪਬਲਿਕਲੀ ਵੀ ਕਹਿਣਾ ਚਾਹੀਦਾ। ਮੈਨੂੰ ਆਪ ਨਹੀਂ ਲੱਗਿਆ ਵੀ ਦਿਸ ਇਜ਼ ਅ ਪਰਸਨਲ ਸਟੇਟਮੈਂਟ, ਵੀ ਜਿਹੜੀ ਚੀਜ਼ ਮੈਂ ਪ੍ਰਾਈਵੇਟ 'ਚ ਕਹਿ ਸਕਦਾ ਮੈਂ ਪਬਲਿਕਲੀ ਵੀ ਮੈਨੂੰ ਕਹਿਣਾ ਚਾਹੀਦਾ। ਇਹ ਵਾਕਿਆ ਜੀ ਐਪਰੀਸ਼ੀਏਟ ਕਰਨਾ ਬਣਦਾ, ਬੜਾ ਵੱਡਾ ਜਿਗਰਾ ਚਾਹੀਦਾ ਵਾ ਪਬਲਿਕਲੀ ਅਪੋਲੋਜੀ ਕਰਨੀ, ਉਹ ਵੀ ਅਗਰ ਪਾਸਟ ਦੇ ਵਿੱਚ ਤੁਸੀਂ ਨੋ ਡਾਊਟ ਸਪੋਕਸ ਪਰਸਨ ਸੀਗੇ, ਬਟ ਯੂ ਆਰ ਨਾਟ ਦੀ ਅਲੋਨ ਇਨ ਦਿਸ ਆਲ, ਰਾਈਟ। ਯਾ। ਅਤੇ ਇੱਥੇ ਮੇਰਾ ਇੱਕ ਸਵਾਲ ਹੋਰ ਆ ਉੱਪਲ ਸਾਹਿਬ, ਕਿ ਇਹ ਜਿਹੜੀ ਸਾਰੀ ਪ੍ਰੋਬਲਮ ਸੀਗੀ, ਮੈਨੂੰ ਇਹ ਦੱਸਿਓ ਕਿ ਜਿਹੜੀ ਇਹ ਹੁਣ ਅਪੋਲੋਜੀ ਮੰਗੀ ਹੈ, ਇਹਦਾ ਕੋਈ ਇਲੈਕਸ਼ਨ ਨਾਲ ਸੰਬੰਧ ਨਹੀਂ, ਜਾਂ ਜਿਵੇਂ ਕਿ ਕੰਜ਼ਰਵੇਟਿਵਸ ਦੀ ਇੱਕ ਕਹਿ ਲਓ ਵੀ ਪਾਲਿਸੀ ਆਫ ਅਪੀਜ਼ਿੰਗ ਦੀ ਮੁਸਲਿਮ ਕਮਿਊਨਿਟੀ, ਕਿਤੇ ਉਹਦਾ ਪਾਰਟ ਤਾਂ ਨਹੀਂ ਹੈਗਾ ਲੱਗਦਾ? ਦੇਖੋ ਜੀ, ਪ੍ਰੋਬਲਮ ਹੀ ਇਹੀ ਹੈ ਵੀ ਜਦੋਂ ਵੀ ਕੋਈ ਇਲੈਕਟਡ ਅਫੀਸ਼ੀਅਲ ਕੋਈ ਜਿਹੜਾ ਮਰਜ਼ੀ ਸਟੈਪ ਕਰ ਲਈ, ਅਗਲਾ ਕਹਿੰਦਾ ਵੀ ਇਹ ਤਾਂ ਹੀ ਕਰ ਰਿਹਾ ਵੀ ਜਿਹਨੇ ਸਟਾਰਬਕਸ ਪੀ ਲਈ, ਸ਼ਾਇਦ ਕੋਈ ਸਟਾਰਬਕਸ ਵੱਲੋਂ ਕੋਈ ਪ੍ਰਮੋਸ਼ਨ ਕਰ ਰਹੇ ਜਾਂ ਟਿਮ ਹੋਟਲ ਵਾਲੇ ਵੋਟਰਾਂ ਨੂੰ ਪ੍ਰਮੋਟ ਕਰ ਰਹੇ ਆ। ਕਈ ਵਾਰੀ ਇਹੀ ਹੁੰਦਾ ਵੀ ਤੁਸੀਂ ਕਾਫੀ ਪੀਂਦੇ, ਇਟ ਡਜ਼ਨਟ ਮੈਟਰ ਵਾਟ ਇਟ ਇਜ਼। ਸੋ ਇਹਦੇ ਵਿੱਚ ਇਹ ਨਹੀਂ ਗਾ, ਮੈਨੂੰ ਵੋਟ ਕੈਲਕੂਲੇਸ਼ਨ ਦੀ ਗੱਲ ਨਹੀਂ ਹੈਗੀ, ਬਿਕਾਜ਼ ਓਨੈਸਟਲੀ ਜਿਹੜੀ ਪੋਲਿਸੀ ਸੀ, ਜੇ ਦੇਖਿਆ ਜਾਵੇ ਐਟ ਦ ਟਾਈਮ ਆਫ ਪੋਲਿੰਗ ਤੇ ਹੁਣ ਵੀ ਦ ਪੋਲਿੰਗ ਅਪਰੂਵਲ ਫਰਮ ਕੈਨੇਡੀਅਨਸ ਇਸ ਚੀਜ਼ ਦੇ ਬਹੁਤ ਜ਼ਿਆਦਾ ਹਾਈ ਆ ਜੀ। ਸੋ ਮੈਂ ਤਾਂ ਇਹ ਵੀ ਕਹਿ ਰਿਹਾ ਵੀ ਨਹੀਂ, ਇਟ ਡਜ਼ਨਟ ਮੈਟਰ ਅਬਾਊਟ ਪੋਪੂਲੈਰਿਟੀ ਆਫ ਇਟ,
ਵੀ ਜਿਹੜੀ ਚੀਜ਼ ਸਹੀ ਹੈ ਨਹੀਂ ਜੇ ਗਲਤ ਗਲਤ ਆ। ਬਿਲਕੁਲ। ਸੋ ਉਸ ਚੀਜ਼ ਤੇ ਮੈਂ ਕਰ ਰਿਹਾ ਤੇ ਬਹੁਤ ਜਾਣੇ ਜਿਵੇਂ ਫੇਸਬੁੱਕ ਤੇ ਕਮੈਂਟਸ ਨੇ ਜਾਂ ਹੋਰ ਕਿਤੇ ਵੀ ਕਹਿੰਦੇ ਆ, ਕਈ ਜਾਣੇ ਕਹਿੰਦੇ ਆ ਵੀ ਨੋ ਇਟਸ ਟੂ ਲੇਟ ਜੀ, ਜਾਂ ਕੋਈ ਕਹਿੰਦਾ ਵੀ ਤੁਸੀਂ ਇਸ ਚੀਜ਼ ਦੀ ਅਪੋਲੋਜੀ ਕਰਦੇ ਆ, ਮੈਂ ਨਹੀਂ ਤੁਹਾਨੂੰ ਕਦੇ ਵੋਟ ਪਾ ਸਕਦਾ, ਵੀ ਤੁਸੀਂ ਬੈਕ ਟਰੈਕ ਕਾਹਤੋਂ ਕਰ ਰਹੇ ਆ ਜੀ। ਸੋ ਫॉर ਮੀ ਇਟਸ ਨਾਟ ਅਬਾਊਟ ਦੈਟ। ਮੈਂ ਆਪਦੀ ਸਟੇਟਮੈਂਟ ਦਿੱਤੀ ਆ ਐਂਡ ਜੇ ਕੋਈ ਅਪਰੀਸ਼ੀਏਟ ਕਰਦਾ ਦੈਟਸ ਨਾਈਸ। ਬਿਲਕੁਲ ਜੀ, ਨਹੀਂ ਤਾਂ ਦੈਟਸ ਓਕੇ ਟੂ। ਅਗਰ ਤੁਸੀਂ ਦਿਲੋਂ ਕੁਝ ਮੈਨੂੰ ਲੱਗਦਾ ਵੀ ਮਾਫੀ ਮੰਗ ਰਹੇ ਚ ਲੇਟ ਕਦੀ ਵੀ ਨਹੀਂ ਹੁੰਦਾ ਬੰਦਾ, ਇਟਸ ਅਪ ਟੂ ਦੈਮ। ਤੇ ਆਪਣੇ ਜੀ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਜੀ, ਹਾਲਾਂਕਿ UCP ਦਾ ਉਹ ਪ੍ਰੋਵਿੰਸ਼ੀਅਲ ਵਿੰਗ ਆ, ਪਰ ਉਸ ਟਾਈਮ ਤੇ ਉਹ ਵੀ ਮਿਨਿਸਟਰ ਫॉर ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸੀਗੇ ਜਦੋਂ ਪਾਲਿਸੀ ਫਾਰਮੂਲੇਸ਼ਨ ਹੋ ਰਹੀ ਸੀ। ਜਦੋਂ NDP ਜਿਹੜੀ ਪ੍ਰੋਵਿੰਸ਼ੀਅਲ ਹੈ ਅਲਬਰਟਾ ਦੀ, ਇਹਦੇ ਵੱਲੋਂ ਵਾਰ-ਵਾਰ ਇਹ ਦੋਸ਼ ਲਗਾਏ ਗਏ ਕਿ ਜਿਹੜੀ ਇਹ ਰਾਈਟ ਨਾਓ ਇਸਲਾਮੋਫੋਬੀਆ ਚੱਲ ਰਿਹਾ ਵਾ, ਜਿਹਦੇ ਕਰਕੇ ਕਈ ਇਨਸੀਡੈਂਟ ਲਗਾਤਾਰ ਹੋ ਚੁੱਕੇ ਆ। ਤੁਸੀਂ ਲੰਡਨ ਵਾਲੇ ਇਨਸੀਡੈਂਟ ਦਾ ਜ਼ਿਕਰ ਕੀਤਾ, ਐਡਮਿੰਟਨ ਦੇ ਵਿੱਚ ਵੀ ਕਾਫੀ ਇਦਾਂ ਦੇ ਇਨਸੀਡੈਂਟ ਹੋਏ, ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਹੁਣੇ। ਸੋ ਕਹਿਣ ਦਾ ਮਤਲਬ ਆ ਕਿ ਜਿਹੜੇ ਜੇਸਨ ਕੇਨੀ ਨੇ ਉਹ ਤੇ ਅਜੇ ਤੱਕ ਨਹੀਂ ਮੰਨਦੇ। ਉਹ ਕਹਿੰਦੇ ਵੀ ਭਾਈ ਮੈਂ ਤੇ ਉਦੋਂ ਵੀ ਨਹੀਂ ਸੀ ਐਡਵੋਕੇਟ ਕਰਦਾ ਇਹੋ ਜਿਹੇ ਲਾਅ ਨੂੰ, ਤੇ ਮੈਂ ਪ੍ਰਮੋਟ ਵੀ ਨਹੀਂ ਕੀਤਾ। ਆਈ ਥਿੰਕ ਉਹ ਗੱਲ ਕਰਦੇ ਸੀਗੇ ਵੀ ਐਨ ਓਵਰਆਲ ਬੈਨ ਨਕਾਬ ਤੇ ਉਸ ਐਂਡ ਹੀ ਇਜ਼ ਰਾਈਟ। ਓਵਰਆਲ ਬੈਨ ਲਈ ਕਦੇ ਵੀ ਅਸੀਂ ਕਦੇ ਕਿਹਾ ਸੀਗਾ, ਸਿਰਫ ਸਿਟੀਜ਼ਨਸ਼ਿਪ ਸੈਰੇਮੋਨੀ ਵੇਲੇ ਸੀ। ਤੇ ਉਹ ਵੀ ਮੀਡੀਆ ਹੁਣ ਪੁਸ਼ ਕਰਦੇ ਸੀ ਟਰਾਈਂਗ ਟੂ ਕਨੈਕਟ ਵੀ ਉਹ ਜਿਹੜੀ ਸਿਟੀਜ਼ਨਸ਼ਿਪ ਸੈਰੇਮੋਨੀ ਦੇ ਬੈਨ ਆ ਵੀ ਹੁਣ ਕੋਈ ਇਸਲਾਮੋਫੋਬਿਕ ਐਕਟਸ ਦੇ ਨਾਲ ਕਨੈਕਟ ਕਰੀਏ। ਆਈ ਡੋਂਟ ਥਿੰਕ ਸੋ ਵੀ 7-8 ਸਾਲ ਆਲਮੋਸਟ 10 ਸਾਲ ਹੋ ਚੱਲੇ ਵੀ ਉਸ ਚੀਜ਼ ਨੂੰ ਆਪਾਂ ਕਨੈਕਟ ਕਰ ਸਕਦੇ ਹਾਂ ਜੀ। ਤੇ ਮੇਰੇ ਹਿਸਾਬ ਦੇ ਨਾਲ ਵੀ ਇਹ ਨਹੀਂਗਾ ਵੀ ਜੇ ਮੈਂ ਹੁਣ ਕੀਤੀ ਹੈ ਹੋਰ ਸਾਰਿਆਂ ਨੂੰ ਵੀ ਕਰਨੀ ਪੈਣੀ ਆ। ਹਰੇਕ ਦੇ ਆਪੋ ਆਪਣੇ ਰਿਲੇਸ਼ਨਸ਼ਿਪ ਨੇ ਕਮਿਊਨਿਟੀ ਦੇ ਵਿੱਚ ਆਪਣੀ ਸੋਚ ਹੁੰਦੀ ਆ ਵੀ ਉਸ ਵੇਲੇ ਅਸੀਂ ਸਹੀ ਜਾਂ ਉਹਨਾਂ ਨੂੰ ਇਹ ਹੁੰਦਾ ਵੀ ਓਕੇ ਉਸ ਵੇਲੇ ਉਦੋਂ ਅਸੀਂ ਰਾਈਟ ਸੀਗੇ, ਠੀਕ ਆ। ਉਸ ਤੋਂ ਬਾਅਦ 'ਚ ਕੁਛ ਚੇਂਜਸ ਆਈ ਆ, ਸੋਸਾਇਟੀ ਵੀ ਚੇਂਜ ਹੋ ਸਕਦੀ ਆ, ਸਾਡੇ ਆਪਦੇ ਵੀ ਰਿਲੇਸ਼ਨਸ਼ਿਪ 'ਚ ਵੀ ਚੇਂਜ ਆ ਸਕਦੇ ਆ। ਤੇ ਜੇਸਨ ਕੇਨੀ ਆਈ ਨੋ, ਮੈਂ ਆਪ ਪਰਸਨਲੀ ਦੇਖਿਆ ਉਹਨਾਂ ਦੇ ਬਹੁਤ ਜ਼ਿਆਦਾ ਵਧੀਆ ਰਿਲੇਸ਼ਨਸ਼ਿਪਸ ਨੇ ਵਿਦ ਲੋਟਸ ਆਫ ਡਿਫਰੈਂਟ ਕਮਿਊਨਿਟੀਜ਼। ਉਹ ਬਹੁਤ ਟਾਈਮ ਕੱਢ ਰਿਹਾ ਕਮਿਊਨਿਟੀ ਨਾਲ ਰਿਲੇਸ਼ਨਸ਼ਿਪ ਬਿਲਡ ਕਰਨ ਲਈ, ਇੱਥੇ ਆਪਣੇ ਅਲਬਰਟਾ ਦੇ ਵਿੱਚ, ਪਰ ਰਾਈਟ ਅਕ੍ਰੋਸ ਦ ਕੰਟਰੀ। ਸੋ ਉਹ ਉਹਨਾਂ ਦੀ ਮਰਜ਼ੀ ਆ ਵੀ ਉਹ ਉਸ ਵੇਲੇ ਜਿਵੇਂ ਲਾਜ਼ ਕਿੱਦਾਂ ਸੀ ਜਾਂ ਹੁਣ ਕਿੱਦਾਂ, ਦੈਟਸ ਹੀ ਇਜ਼ ਦ ਪ੍ਰੀਮੀਅਰ ਆਫ ਅਲਬਰਟਾ। ਹੀਜ਼ ਗਨ ਇੱਥੇ ਫੋਕਸ ਕਰਨ ਲਈ ਬਹੁਤ ਕੁਛ ਆ ਜੀ ਐਂਡ ਉਹ ਆਪਦਾ ਕਰ ਰਹੇ ਨੇ। ਪਰ ਇਹ ਜਿਹੜੀ ਅਪੋਲੋਜੀ ਸੀ, ਇਟ ਵਾਜ਼ ਰੀਅਲੀ ਅਬਾਊਟ ਮੀ ਐਂਡ ਨਾਟ ਵੀ ਵੀ ਜੇ ਮੈਂ ਕਰ ਰਿਹਾ ਉਹ ਹੋਰ ਵੀ ਕੋਈ ਕਰੇ। ਤੇ ਅਗਲਾ ਜਿਹੜਾ ਮੇਰਾ ਸਵਾਲ ਹੈ ਇਸੇ ਟੌਪਿਕ ਨਾਲ ਰਿਲੇਟਡ ਹੈ ਜੀ, ਕਿ ਜਿਹੜਾ ਰੇਸਿਜ਼ਮ ਆ, ਹੇਟਰਡਿਜ਼ਮ ਆ, ਇਹ ਜਿਹੜਾ ਇੱਕ ਟੈਰਰਿਜ਼ਮ ਦਾ ਐਕਟ ਵੀ ਜਿਵੇਂ ਲੰਡਨ ਦੇ ਵਿੱਚ ਇੱਕ ਮੁਸਲਿਮ ਫੈਮਿਲੀ ਦੇ 4 ਮੈਂਬਰ ਇਮੀਡੀਏਟਲੀ ਉੱਥੇ ਹੀ ਟੱਕ ਚੜਾ ਕੇ ਮਾਰਤੇ। ਉਹ ਵਾਕਈ ਇੱਕ ਬਹੁਤ ਦਰਦਨਾਕ ਐਪੀਸੋਡ ਸੀਗਾ। ਫਿਰ ਐਡਮਿੰਟਨ ਸ਼ਹਿਰ ਦੇ ਵਿੱਚ ਰੀਸੈਂਟਲੀ ਕੁਝ ਲਗਾਤਾਰ ਘਟਨਾਵਾਂ ਵਾਪਰੀਆਂ ਨੇ ਵੈਂਡਲਿਜ਼ਮ ਨੂੰ ਲੈ ਕੇ। ਤੁਸੀਂ ਸੁਣਿਆ ਹੋਣਾ ਇੱਕ ਇੱਥੇ ਮਸਜਿਦ ਹੈ ਜੀ, ਬੈਤੁਲ ਹੈਦੀ ਮਸਿਕ, ਤੇ ਉੱਥੇ ਸਵਾਸਤਿਕਾ ਦਾ ਨਿਸ਼ਾਨ ਬਣਾ ਦਿੱਤਾ ਗਿਆ ਰੈੱਡ ਪੇਂਟ ਦੇ ਨਾਲ। ਡਾਊਨਟਾਊਨ ਦੀ ਗੱਲ ਕਰੀਏ ਤੇ ਉੱਥੇ ਵਿੰਸਟਨ ਚਰਚਿਲ ਦਾ ਜਿਹੜਾ ਸਟੈਚੂ ਆ ਉਹਨੂੰ ਵੀ ਰੈੱਡ ਕਲਰ ਦੇ ਨਾਲ ਵੈਂਡਲਿਜ਼ਮ ਕੀਤਾ ਗਿਆ। ਇੱਕ ਹੋਰ ਇੱਕ ਇਨਸੀਡੈਂਟ ਸੀਗਾ, ਇੱਕ ਲੇਡੀ ਸੀਗੀ ਬਲੈਕ ਮੁਸਲਿਮ, ਸੋ ਸ਼ੀ ਵਾਜ਼ ਵਾਕਿੰਗ ਔਨ ਦੀ ਸਾਈਡ ਵਾਕ, ਤੇ ਕਿਸੇ ਅਣਪਛਾਤੇ ਜਿਹੜਾ ਮੰਨ ਲਓ ਵੀ ਘਟੀਆ ਸੋਚ ਰੱਖਦਾ ਉਸ ਨੂੰ ਗਰਦਨ ਤੋਂ ਫੜ ਕੇ ਨੀਚੇ ਸੁੱਟਿਆ। ਸੋ ਇਹੋ ਜਿਹੀਆਂ ਜਿਹੜੀਆਂ ਇਨਸੀਡੈਂਟ ਹੈ ਲਗਾਤਾਰ ਵੱਧਦੀਆਂ ਜਾ ਰਹੀਆਂ ਸੁਸਾਇਟੀ ਦੇ ਵਿੱਚ। ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਨੂੰ ਕੀ ਲੱਗਦਾ ਵੀ ਰੀਸੈਂਟਲੀ ਪੈਂਡੈਮਿਕ ਦਾ ਕੋਈ ਅਸਰ ਤਾਂ ਨਹੀਂ ਹੈਗਾ? ਤੇ ਦੂਜੀ ਗੱਲ ਇਹ ਆ ਕਿ ਕੀ ਆਪਾਂ ਸਿਰਫ ਦੁੱਖ ਜ਼ਾਹਰ ਕਰ ਦਈਏ, ਮਾਫੀਆਂ ਮੰਗ ਲਈਏ, ਇਹਦੇ ਨਾਲ ਇਹਨਾਂ ਦਾ ਸਮਾਧਾਨ ਹੋ ਸਕਦਾ ਜਦੋਂ ਤੱਕ ਕੋਈ ਐਕਸ਼ਨ ਪਲਾਨ ਨਾ ਹੋਵੇ ਜੀ? ਨਹੀਂ, ਦੇਖੋ ਜੀ, ਜਿਹੜੇ ਇਹ ਕੋਈ ਮਾਫੀਆਂ ਹੋਣ ਜਾਂ ਹੋਰ ਕੋਈ ਸਟੇਟਮੈਂਟਸ ਹੋਣ, ਉਹਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਵੀ ਐਕਸ਼ਨ ਦੀ ਨਹੀਂ ਲੋੜ ਜੀ। ਬਿਗੇਸਟ ਥਿੰਗ ਇਜ਼ ਐਕਸ਼ਨ। ਬਿਲਕੁਲ ਐਕਸ਼ਨ ਲੈਣਾ ਪੈਣਾ। ਐਕਸ਼ਨ ਦੇ ਵਿੱਚ ਹੁੰਦਾ ਵੀ ਐਜੂਕੇਸ਼ਨ ਦੀ ਲੋੜ ਆ, ਬਿਲਕੁਲ, ਸਪੈਸ਼ਲੀ ਯੂਥ ਦੇ ਨਾਲ। ਈਵਨ ਚਲੋ ਠੀਕ ਆ, ਐਵਰੀ ਲੈਵਲ ਆਫ ਗਵਰਨਮੈਂਟ ਹੈਜ਼ ਰਿਸਪੌਂਸਿਬਿਲਿਟੀ, ਫੈਡਰਲ ਲੈਵਲ, ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਦੇ ਵਿੱਚ ਆਪਾਂ ਪ੍ਰੋਗਰਾਮਸ ਅਸੀਂ ਸ਼ੁਰੂ ਕਰ ਸਕਦੇ ਹਾਂ। ਅੱਜ ਵੀ ਮੇਰੀ ਮੀਟਿੰਗ ਹੋਈ ਸੀਗੀ ਇੱਕ ਮੁਸਲਿਮ ਕਮਿਊਨਿਟੀ ਲੀਡਰਸ ਦੇ ਨਾਲ ਵੀ ਆਪਾਂ ਕਿਹੋ ਜਿਹੇ ਪ੍ਰੋਗਰਾਮ ਲਿਆ ਸਕਦੇ ਹਾਂ ਵੀ ਜਿਹੜੇ ਲੋਕਾਂ ਨੂੰ ਐਜੂਕੇਟ ਕਰ ਸਕਦੇ ਹਾਂ ਜੀ। ਬਿਕਾਜ਼ ਜੇ ਐਜੂਕੇਸ਼ਨ ਹੋਵੇ, ਤੁਸੀਂ ਐਜ਼ ਅ ਹਿਊਮਨ ਟੂ ਹਿਊਮਨ ਅਪਰੀਸ਼ੀਏਟ ਕਰ ਸਕਦੇ ਹਾਂ। ਜਿੱਥੇ ਐਜੂਕੇਸ਼ਨ ਹੀ ਹੈ ਨਹੀਂਗਾ ਤੁਹਾਡੇ, ਉਹ ਤੁਸੀਂ ਦਿਲੋਂ ਤੁਸੀਂ ਕਿਸੇ ਨੂੰ ਕਨੈਕਟ ਕਰ ਹੀ ਨਹੀਂ ਸਕਦੇ। ਐਜ਼ ਐਨ ਇੰਡੀਵਿਜੂਅਲ, ਐਜ਼ ਅ ਹਿਊਮਨ ਤੁਸੀਂ ਕਨੈਕਟ ਨਹੀਂ ਕਰ ਸਕਦੇ। ਫਿਰ ਇਹ ਵੀ ਗੱਲ ਆ, ਠੀਕ ਆ, ਗਵਰਨਮੈਂਟਸ ਵੀ ਕਰ ਸਕਦੇ ਆ, ਪਰ ਈਵਨ ਆਪਣੇ ਘਰ ਦੇ ਵਿੱਚ ਵੀ ਕੋਈ ਆਪਾਂ ਬੱਚਿਆਂ ਦੇ ਸਾਹਮਣੇ ਕਿਹੋ ਜਿਹੀ ਗੱਲ ਕਰਦੇ ਆ ਕਿ ਆਪਾਂ ਹੈ ਨਾ ਬੱਚਿਆਂ ਦੇ ਸਾਹਮਣੇ ਕੋਈ ਕਮਿਊਨਿਟੀ ਵਾਈਜ਼ ਆਪਾਂ ਕੋਈ ਸਟੈਰੀਓਟਾਈਪ ਜਾਂ ਕੋਈ ਰੇਸਿਸਟ, ਕਈ ਵਾਰੀ ਆਪਾਂ ਰੇਸਿਸਟ ਤਾਂ ਨਹੀਂ ਮੰਨ ਸਕਦੇ, ਪਰ ਕਈ ਵਾਰੀ ਇਹ ਗੱਲ ਹੀ ਇਹੋ ਜਿਹੀ ਕਰ ਲੈਂਦੇ ਆ ਵੀ ਕਿਸੇ ਕਮਿਊਨਿਟੀ ਤੇ ਗਲਤ ਕਿ ਫਲਾਨੀ ਕਮਿਊਨਿਟੀ ਹੁੰਦੀ ਹੈ, ਉਹ ਤਾਂ ਹੁੰਦੇ ਹੀ ਇਹੋ ਜਿਹੇ ਆ। ਉਹ ਜਦੋਂ ਤੁਸੀਂ ਆਪਾਂ ਬੱਚਿਆਂ ਦੇ ਸਾਹਮਣੇ ਵੀ ਕਰਦੇ ਆ, ਉਹ ਹੌਲੀ ਹੌਲੀ ਉਹਨਾਂ ਦੇ ਮਾਈਂਡ 'ਚ ਵੀ ਹੋ ਜਾਂਦਾ ਦੇयर ਇਜ਼ ਸਮਥਿੰਗ ਰੋਂਗ ਵਿਦ ਦੈਟ ਕਮਿਊਨਿਟੀ ਔਰ ਦੈਟ ਰਿਲੀਜਨ, ਸਮਥਿੰਗ ਲਾਈਕ ਦੈਟ। ਸੋ ਉਹ ਵੀ ਆਪਾਂ ਨੂੰ, ਆਲ ਆਫ ਅਸ, ਆਲ ਕੈਨੇਡੀਅਨਸ, ਵੀ ਹੈਵ ਟੂ ਥਿੰਕ ਅਬਾਊਟ ਵੀ ਆਪਾਂ ਬੱਚੇ ਨਾਲ ਵੀ ਕੀ ਕਰਦੇ ਆ। ਤੇ ਉਹ ਸਕੂਲ ਦੇ ਵਿੱਚ ਵੀ ਉਹਨਾਂ ਨੂੰ, ਸਕੂਲ 'ਚ ਤਾਂ ਚਲੋ ਕੋਸ਼ਿਸ਼ ਕਰਦੇ ਹੀ ਆ, ਬਟ ਦੇयर ਇਜ਼ ਮੋਰ ਦੈਟ ਵੀ ਕੈਨ ਡੂ।
ਤੇ ਸੋ ਇਹ ਜਿਹੀ ਗੱਲਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਦੇਖਣਾ ਪੈਣਾ। ਇਸਲਾਮੋਫੋਬੀਆ ਵੱਧ ਰਿਹਾ ਕੈਨੇਡਾ 'ਚ, ਜਿਹੜੇ ਐਂਟੀਸੈਮਿਟਿਜ਼ਮ ਵੱਧ ਰਹੀ ਆ, ਓਵਰਆਲ ਰੇਸਿਜ਼ਮ ਵੱਧ ਰਹੀ ਆ। ਇਹਦੇ ਵਿੱਚ ਮੈਂ ਤਾਂ ਕਹੂੰਗਾ ਵੀ ਕੁਛ ਤਾਂ ਪੈਂਡੈਮਿਕ ਕਰਕੇ ਆ ਜੀ। ਆਈ ਮੀਨ ਸਪੈਸ਼ਲੀ ਔਨ ਦੀ ਜਿਹੜੀ ਐਂਟੀ ਏਸ਼ੀਅਨ ਹੇਟ ਆ, ਉਹ ਕਾਫੀ ਪੈਂਡੈਮਿਕ ਰਿਲੇਟਡ ਆ। ਪਰ ਓਵਰਆਲ ਵੀ ਕੈਨੇਡਾ ਦੇ ਵਿੱਚ ਕਾਫੀ ਆਪਾਂ ਨੂੰ ਮੈਂਟਲ ਹੈਲਥ ਪ੍ਰੋਬਲਮਸ ਬਹੁਤ ਆ। ਇਹ ਲਾਕਡਾਊਨਸ ਕਰ ਤਾਂ ਲਏ ਫॉर ਸਮ ਹੈਲਥ ਰੀਜ਼ਨਸ, ਪਰ ਜਿਹੜੀ ਦੂਜੀ ਹੈਲਥ ਜਿਹੜੇ ਵੀ ਸਾਈਡ ਇਫੈਕਟ ਆ, ਮੈਂਟਲ ਜਿਹੜੇ ਇਸ਼ੂਜ਼ ਨੇ, ਮੈਂਟਲ ਇਸ਼ੂਜ਼ ਨੇ, ਜਿਹੜੇ ਚੰਗੇ ਭਲੇ ਲੋਕ ਜੌਬ ਲਾਸ ਕਰ ਗਏ, ਕੁਛ ਹੈਲਥ ਇਸ਼ੂਜ਼ ਨੇ ਜਿਨ੍ਹਾਂ ਦੇ ਹੈ ਨਾ ਹਸਪੀਟਲ ਦੇ ਵਿੱਚ ਪਲੈਨਿੰਗ ਸੀ ਵੀ ਕੋਈ ਸਰਜਰੀ ਹੋਣੀ ਸੀ, ਉਹ ਡਿਲੇ ਹੋ ਗਈ, ਜਾਂ ਜਿਨ੍ਹਾਂ ਨੇ ਕੁਝ ਫੈਮਿਲੀ ਮੈਂਬਰ ਤੋਂ ਫੈਮਿਲੀ ਲਾਸ ਕੀਤੇ ਆ ਤੇ ਜਾ ਕੇ ਫੈਮਿਲੀ ਨੂੰ ਮਿਲ ਵੀ ਨਹੀਂ ਸਕੇ। ਬਿਲਕੁਲ, ਉਹ ਜਿਹੜੇ ਮੈਂਟਲ ਹੈਲਥ ਵਿੱਚ ਬਹੁਤ ਜ਼ਿਆਦਾ ਇਫੈਕਟ ਪਿਆ, ਸਾਈਕੋਲੋਜੀਕਲ ਡਰੱਗਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ। ਬਿਲਕੁਲ, ਜਿਹੜੀ ਇੰਡੀਵਿਜੂਅਲਸ ਨੂੰ ਕੁਛ ਡਰੱਗ ਦੀ ਪ੍ਰੋਬਲਮ ਸੀ, ਉਹ ਦੂਜੇ ਤੀਜੇ ਦਿਨ ਤੁਸੀਂ ਫਰੈਂਡਸ਼ਿਪ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ ਹੋਰਾਂ ਦੇ ਵਿੱਚ ਬਾਹਰ ਤੁਸੀਂ ਇੰਟਰੈਕਸ਼ਨ ਰੱਖਦੇ ਹੋ, ਤੁਹਾਡੇ ਉੱਧਰ ਧਿਆਨ ਉੱਧਰ ਚਲੇ ਜਾਂਦਾ, ਇਟਸ ਡਿਫਰੈਂਟ। ਪਰ ਜਿਵੇਂ ਤੁਸੀਂ ਇਕੱਲੇ ਹੀ ਬੈਠੇ ਹੋ ਘਰੇ ਜੀ, ਉਹ ਪ੍ਰੋਬਲਮ ਬਹੁਤ ਵੱਧਦੀ ਹੈ। ਜਿਹੜੀ ਵੇਲਾ ਮਨ ਸ਼ੈਤਾਨ ਦਾ ਘਰ, ਹਾਂ ਤੇ ਫਿਰ ਜਿਹੜੀ ਪ੍ਰੋਬਲਮ ਘਰ ਦੇ ਵਿੱਚ ਕੁਛ ਫੈਮਿਲੀ ਵਾਇਲੈਂਸ ਦੀ ਪ੍ਰੋਬਲਮ ਸੀ, ਉਹ ਵੀ ਵੱਧ ਰਹੀ ਆ। ਬਿਕਾਜ਼ ਅੱਗੇ ਤਾਂ ਚਲੋ ਤੁਸੀਂ 8, 9, 10 ਘੰਟੇ ਬਾਹਰ ਚਲੇ ਜਾਂਦੇ ਹੋ, ਬੱਚੇ ਵੀ ਬਾਹਰ ਜਾਂਦੇ ਆ ਸਕੂਲ ਔਰ ਯੂ ਗੋ ਟੂ ਵਰਕ ਜੀ, ਯੂ ਹੈਵ ਦੈਟ ਸੈਪਰੇਸ਼ਨ। ਘਰੇ ਆ ਕੇ ਕੁਛ ਟਾਈਮ ਹੁੰਦਾ ਵੀ ਤੁਸੀਂ ਆਪਦੇ ਡਿਨਰ ਖਾਣਾ ਤਾਂ ਯੂ ਆਰ ਡਨ ਫॉर ਦ ਨਾਈਟ। ਜੇ ਹੁਣ ਤੁਸੀਂ ਇੱਕ ਘਰ 'ਚ ਹੀ ਰਹਿੰਦੇ ਹੋ, family violence, alcoholism, all of those things make it much worse. So also now there's a lot of mental health issues, and so all of these things is the relation ਹੈਗੀ ਹੈ। ਬਿਲਕੁਲ, and ਇਹ ਆਪਾਂ ਨੂੰ we have to work on it. ਬਿਲਕੁਲ ਜੀ। ਮੈਨੂੰ ਜਿਵੇਂ ਤੁਸੀਂ ਕਿਹਾ ਬਹੁਤ ਵਧੀਆ ਲੱਗਿਆ ਤੁਹਾਡਾ ਸੁਜੈਸ਼ਨ ਕਿ ਐਜੂਕੇਸ਼ਨ ਕੈਨ ਪਲੇ ਵੈਰੀ ਬਿਗ ਰੋਲ ਔਰ ਫੈਮਿਲੀਜ਼ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਡੈਫੀਨੇਟਲੀ ਐਜੂਕੇਟਡ ਕਰਨ ਕਿ ਬਈ ਅਸੀਂ ਸਾਰੇ ਇੱਥੇ ਡੈਫੀਨੇਟਲੀ ਇਮੀਗ੍ਰੈਂਟਸ ਆ। Canada and America is the country of like immigrants. So we need to understand each other, yes, support each other and respect each other, and learn about each other. Definitely. ਤੇ ਅਗਲਾ ਸਵਾਲ ਜਿਹੜਾ ਹੈਗਾ ਜੀ ਬਿੱਲ C10 ਨੂੰ ਲੈ ਕੇ ਆ। ਹਾਂਜੀ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਬਿੱਲ C10 ਹੈ ਕੀ ਆ। ਦੂਜੀ ਗੱਲ ਇਹ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਜਿਹੜਾ ਇੱਕ ਅਮੈਂਡਮੈਂਟ ਪ੍ਰਪੋਜ਼ ਕੀਤਾ ਗਿਆ ਉਹ ਕੀ ਸੀ ਔਰ ਕੀ ਇੰਪਲੀਕੇਸ਼ਨ ਹੋ ਸਕਦੀਆਂ ਨੇ ਇਹਦੀਆਂ। ਦੇਖੋ ਜੀ, ਬਿੱਲ C10 ਇਹ ਬਿੱਲ ਆ ਵੀ ਲਿਬਰਲ ਗਵਰਨਮੈਂਟ ਨੇ ਲਿਆਂਦਾ ਵਾ ਇਹ ਜਿਹੜੇ ਇੰਟਰਨੈਟ ਨੂੰ ਰੈਗੂਲੇਟ ਕਰਨ ਲਈ ਜੀ। ਉਸ ਕਹਿੰਦੇ ਵੀ ਟੂ ਪ੍ਰਮੋਟ ਕੈਨੇਡੀਅਨ ਕੰਟੈਂਟ, ਬਟ ਇਹ ਆ ਵੀ ਗਵਰਨਮੈਂਟ ਵਿਲ ਡਿਸਾਈਡ, ਇਟਸ ਗੋਇੰ ਟੂ ਬੀ ਅ ਪਾਰਟ ਆਫ ਡਿਸਾਈਡਿੰਗ ਵੀ ਤੁਹਾਨੂੰ ਕਿਹੋ ਜਿਹਾ ਕੰਟੈਂਟ ਮਿਲਦਾ ਨਹੀਂ ਮਿਲਦਾ। ਹੁਣ ਇੰਟਰਨੈਟ ਆਪਾਂ ਸੋਚਦੇ ਹਾਂ ਵੀ ਇਟ ਸ਼ੁੱਡ ਬੀ ਓਪਨ। ਜੇ ਤੁਸੀਂ ਕੁਛ ਕੰਟੈਂਟ ਇੰਜੋਏ ਕਰਦੇ ਆ ਤੁਹਾਨੂੰ ਦੇਖਣਾ ਚਾਹੀਦਾ, ਐਜ਼ ਲੌਂਗ ਐਜ਼ ਇਟਸ ਨਾਟ ਇਲੀਗਲ ਕੰਟੈਂਟ, ਵੀ ਕੋਈ ਹੇਟ ਵਾਲਾ ਕੰਟੈਂਟ ਨਾ ਹੋਵੇ ਜਾਂ ਕੋਈ ਇਲੀਗਲ ਕੰਟੈਂਟ ਨਾ ਹੋਵੇ। ਪਰ ਬਾਕੀ ਦਾ ਕੰਟੈਂਟ ਸਾਨੂੰ ਤੁਹਾਡਾ ਡਿਸੀਜਨ ਹੋਣਾ ਚਾਹੀਦਾ ਵੀ ਤੁਸੀਂ ਕੁਛ ਹੋਰ ਕੋਈ ਕੰਟਰੀ ਦੇ ਇਨਫੋਰਮੇਸ਼ਨ ਇੰਜੋਏ ਕਰਦੇ ਹੋ ਜਾਂ ਉਹਨਾਂ ਦੇ ਐਂਟਰਟੇਨਮੈਂਟ ਇੰਜੋਏ ਕਰਦੇ ਹੋ ਜਾਂ ਤੁਸੀਂ ਕੈਨੇਡੀਅਨ ਕਰਦੇ ਹੋ। ਠੀਕ ਆ, ਕੈਨੇਡੀਅਨ ਕੰਟੈਂਟ ਨੂੰ ਪ੍ਰਮੋਟ ਜ਼ਰੂਰ ਕਰੋ, ਨੋ ਡਾਊਟ ਅਬਾਊਟ ਇਟ। ਕੈਨੇਡੀਅਨ ਆਰਟਿਸਟ ਨੂੰ ਆਪਾਂ ਹੈਲਪ ਕਰੀਏ, ਹੋਰ ਹਿਸਾਬ ਨਾਲ ਸਪੋਰਟ ਕਰ ਸਕਦੇ ਹਾਂ, ਪਰ ਇਹ ਨਾ ਵੀ ਕਿਸੇ ਨੂੰ ਕੰਟਰੋਲ ਕਰੀਏ ਵੀ ਤੁਸੀਂ ਕੀ ਦੇਖ ਸਕਦੇ ਹੋ। ਸੋ ਇਹ ਕੋਸ਼ਿਸ਼ ਆ ਵੀ ਕੰਟੈਂਟ ਕਹ ਲਓ ਵੀ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਟ ਵਿਲ ਡਿਪੈਂਡ ਬਿਕਾਜ਼ ਐਜ਼ ਯੂ ਨੋ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਹੋਰ ਸਾਰੇ ਤੇ ਹੈ ਨਾ ਸਾਰੇ ਐਲਗੋਰਿਜ਼ਮ ਤੇ ਚੱਲਦਾ ਰਹਾ ਜੀ, ਵੀ ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਕੁਛ ਤੁਸੀਂ ਇੰਜੋਏ ਕਰਦੇ ਹੋ ਉਹ ਚੀਜ਼ ਤੁਹਾਨੂੰ ਜ਼ਿਆਦਾ ਬਿਲਕੁਲ ਮਿਲਦੀ ਆ, ਬਾਰ-ਬਾਰ ਮਿਲਦੀ ਆ। ਸੋ they are going to try to make those changes so that you see certain content ਦੂਜੇ ਕੰਟੈਂਟ ਨਾਲੋਂ। ਉਸ ਦੇ ਵਿੱਚ ਅਸੀਂ ਕਾਫੀ ਇਸ ਚੀਜ਼ ਤੋਂ ਅਗੇਂਸਟ ਆ ਵੀ ਲੋਕਾਂ ਨੂੰ ਡਿਸਾਈਡ ਕਰਨਾ ਚਾਹੀਦਾ ਇਫ ਇਟਸ ਲੀਗਲ ਕੰਟੈਂਟ ਵੀ ਉਹ ਕੀ ਇੰਜੋਏ ਕਰ ਸਕਦੇ ਆ ਜੀ। ਤੇ ਇਸ ਚੀਜ਼ ਨੂੰ ਅਸੀਂ ਫਿਰ ਅਮੈਂਡਮੈਂਟ ਵੀ ਲਿਆਂਦੀ ਸੀ ਕਿ ਪਹਿਲਾਂ ਜਦੋਂ ਬਿੱਲ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਉਹਦੇ ਵਿੱਚ ਇੱਕ ਐਕਚੁਅਲੀ ਕਲੌਜ਼ ਸੀਗਾ ਵੀ ਇਹ ਐਵਰੇਜ ਯੂਜ਼ਰ ਵਾਸਤੇ ਨਹੀਂ ਹੋਊਗਾ, ਇਟਸ ਓਨਲੀ ਗੋਇੰ ਟੂ ਬੀ ਔਨ ਦ ਬਿਗ ਕੰਪਨੀਜ਼ ਨਾਟ ਫॉर ਦ ਐਵਰੇਜ ਯੂਜ਼ਰ। ਇਹਨਾਂ ਨੇ ਉਹ ਕਲੌਜ਼ ਵਿੱਚੋਂ ਕੱਢ ਲਿਆ। ਅੱਛਾ ਜੀ। ਸੋ ਉਸ ਤੋਂ ਸਾਨੂੰ ਪਤਾ ਲੱਗ ਗਿਆ ਵੀ ਇਹ ਤਾਂ ਹੈ ਨਾ ਐਵਰੇਜ ਪਰਸਨ 'ਤੇ ਵੀ ਇਫੈਕਟ ਪਊਗਾ। ਕਹਿੰਦੇ ਨਹੀਂ ਇਫੈਕਟ ਨਹੀਂ ਪੈਣਾ, ਪਰ ਅਸੀਂ ਕਲੌਜ਼ ਵੀ ਨਹੀਂ ਬੈਕ ਵਿੱਚ ਲਿਆਉਣਾ। ਸੋ ਵੀ ਵਰ ਸਟਿਲ ਪੁਸ਼ਿੰਗ। ਫਿਰ ਉਹ ਕਹਿੰਦੇ ਨਹੀਂ ਇਹ ਤਾਂ ਸਿਰਫ ਜਿਨ੍ਹਾਂ ਦੇ ਜ਼ਿਆਦਾ ਹੀ ਫੋਲੋਵਰਸ ਨੇ, ਵਿਊਅਰਸ ਨੇ, ਉਹਨਾਂ 'ਤੇ ਇਫੈਕਟ ਪਊ। ਪਰ ਅਸੀਂ ਕਿਹਾ ਵੀ ਠੀਕ ਆ, ਜ਼ਿਆਦਾ ਫੋਲੋਵਰ ਕੀ ਮਤਲਬ ਵੀ ਤੁਸੀਂ ਨੰਬਰ ਦੱਸੋ ਵੀ ਇਜ਼ ਇਟ 5 ਮਿਲੀਅਨ, ਇਜ਼ ਇਟ 2 ਮਿਲੀਅਨ, ਮੇਬੀ ਇਟਸ ਓਨਲੀ 100,000। ਹੁਣ ਜੇ ਤੁਹਾਡੇ ਵਧੀਆ ਪ੍ਰੋਗਰਾਮ ਆ, ਤੁਹਾਡੇ ਫੋਲੋਵਰ ਤਾਂ ਬਹੁਤ ਥਾਊਜ਼ੈਂਡਸ 'ਚ ਹੋ ਸਕਦੇ, ਫਿਰ ਤੁਹਾਨੂੰ ਵੀ ਰੈਗੂਲੇਟ ਹੋ ਜਾਊਗਾ ਜੀ, ਮੀਡੀਆ ਵੀ ਰੈਗੂਲੇਟ ਹੋ ਜਾਏਗਾ, ਮੀਡੀਆ ਰੈਗੂਲੇਟ ਹੋ ਜੂ। ਸਪੈਸ਼ਲੀ ਜਿਹੜੇ ਆਪਣੇ ਕਰੋ ਵੀ ਡਿਫਰੈਂਟ ਕੰਟਰੀਜ਼ ਦੇ ਮੀਡੀਆ ਨਾਲ ਕਨੈਕਸ਼ਨ ਰੱਖਦੇ ਆ। ਜੇ ਤੁਸੀਂ ਪੰਜਾਬ ਤੋਂ ਖਬਰ ਲਾਉਂਦੇ ਹੋ ਤੇ ਡਾਇਰੈਕਟਲੀ ਪੰਜਾਬ ਤੋਂ ਕੋਈ ਫੀਡ ਲਿਆਉਂਦੇ ਆ, ਡਸ ਦੈਟ ਮੀਨ ਵੀ ਉਹਦਾ ਪ੍ਰੈਫਰੈਂਸ ਘੱਟ ਹੋਊਗਾ ਬਿਸਾਈਡਸ ਕੈਨੇਡੀਅਨ ਕੰਟੈਂਟ ਜੀ। ਸੋ ਦੈਨ ਮੇਬੀ ਇਹ ਹੋ ਸਕਦਾ ਵੀ ਜਿਹੜੇ ਤੁਹਾਡਾ ਕੰਟੈਂਟ ਆ ਉਹ ਜਿਹੜੇ ਐਲਗੋਰਿਥਮ ਦੇ ਵਿੱਚ ਥੱਲੇ ਚਲੇ ਜਾਊਗਾ ਤੇ ਜਿਹੜੇ ਕੋਈ ਕੈਨੇਡੀਅਨ ਕੰਟੈਂਟ ਆ ਉਹ ਉੱਪਰ ਚਲੇ ਜਾਊਗਾ ਜੀ। ਐਂਡ ਦੈਨ ਆਲਸੋ ਵਾਟ ਇਜ਼ ਕੈਨੇਡੀਅਨ ਕੰਟੈਂਟ?
ਉਹ ਵੀ ਨਹੀਂ ਬਿੱਲ ਦੇ ਵਿੱਚ ਕਲੀਅਰ ਕੀਤਾ ਹੋਇਆ ਵੀ ਕੈਨੇਡੀਅਨ ਕੰਟੈਂਟ ਕੀ ਆ ਜਿਹੜਾ ਤੁਸੀਂ ਪ੍ਰਮੋਟ ਕਰਨ ਨੂੰ ਕਹਿੰਦੇ ਆ ਵੀ ਸਾਡਾ ਕੰਟੈਂਟ ਸੋ ਜਾਂ ਤੁਹਾਡਾ ਕੰਟੈਂਟ ਉਹ ਕੈਨੇਡੀਅਨ ਗਿਣਿਆ ਜਾਊ ਜਾਂ ਉਹ ਪੰਜਾਬੀ ਗਿਣਿਆ ਜਾਊ। ਸੋ ਇਹ ਕਈ ਗੱਲਾਂ ਨੇ ਵੀ ਜੋ ਬਿੱਲ 'ਚ ਕਲੀਅਰ ਨਹੀਂ ਕਰ ਰਹੇ। ਸੋ ਇਹ ਕਈ ਗੱਲਾਂ ਵੀ ਹਲੇ ਵੀ ਸਟੱਡੀ ਕਰਨ ਦੀ ਲੋੜ ਆ, ਡਿਸਕਸ਼ਨ ਕਰਨ ਦੀ ਲੋੜ ਆ, ਪਰ ਉਹਨਾਂ ਨੇ ਡਿਬੇਟ ਫਿਨਿਸ਼ ਕਰਾਤੀ। ਠੀਕ ਹੈ, ਫੋਰਸਫੁਲੀ ਡਿਬੇਟ ਐਂਡ ਕਰਵਾਤੀ ਅਤੇ ਫਿਰ ਵੋਟ ਵੀ ਪਵਾਤੀ। ਸੋ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਸੀ ਕਿ ਵੀ ਇਸ ਚੀਜ਼ ਦੀ ਹੋਰ ਡਿਬੇਟ ਕਰੋ, ਇਹਨੂੰ ਬਿੱਲ ਨੂੰ ਫਿਕਸ ਕਰ ਲਈਏ, ਮੰਨੇ ਨਹੀਂ ਗਏ। ਬਿਲਕੁਲ ਜੀ, ਅਪੋਜੀਸ਼ਨ ਪਾਰਟੀ ਦਾ ਕੰਮ ਹੀ ਇਹੀ ਹੁੰਦਾ ਕਿ ਸਰਕਾਰ ਜਿਹੜੇ ਕੋਈ ਗਲਤ ਕੰਮ ਕਰ ਰਹੀ ਆ ਉਹਨ ਉੱਪਰ ਚੈੱਕ ਲਾਉਣਾ, ਬੈਲੈਂਸ ਬਣਾਉਣਾ। ਤੇ ਭਾਜੀ ਇੱਥੇ ਬ੍ਰੇਕ ਦਾ ਸਮਾਂ ਹੋ ਗਿਆ ਜੀ, ਬ੍ਰੇਕ ਲੈ ਲੈਣੇ ਔਰ ਕੁਝ ਹੋਰ ਮੁੱਦੇ ਨੇ ਬ੍ਰੇਕ ਤੋਂ ਬਾਅਦ ਉਹਨਾਂ ਉੱਪਰ ਗੱਲਬਾਤ ਹੋਵੇਗੀ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ, ਜਲਦ ਹਾਜ਼ਰ ਹੁੰਦੇ ਆ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਆ ਕੈਨੇਡੀਅਨ ਪੋਲਿਟਿਕਸ ਦੇ ਕੁਝ ਮੁੱਦਿਆਂ ਦੇ ਉੱਪਰ, ਔਰ ਗੱਲਬਾਤ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਐਡਮਿੰਟਨ ਮਿਲਵੁਡਸ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਉਪਲ ਸਾਹਿਬ। ਸਵਾਗਤ ਅਗੇਨ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਭਾਜੀ ਹੁਣ ਗੱਲਬਾਤ ਕਰਦੇ ਆ ਇਨਫਲੇਸ਼ਨ ਤੇ। ਹਾਂਜੀ, ਕਾਫੀ ਵੱਡਾ ਮੁੱਦਾ ਵਾ ਜੀ। ਜਿਹੜੀ ਸਟੈਟਿਸਟਿਕ ਕੈਨੇਡਾ ਵਾ ਇਹਦੀ ਰਿਪੋਰਟ ਆਈ ਆ ਪਿਛਲੇ ਹਫਤੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 3.6 ਇਨਫਲੇਸ਼ਨ ਰੇਟ ਜਿਹੜਾ ਵਾ ਸਿਰਫ 1 ਸਾਲ ਦੇ ਵਿੱਚ ਵਧ ਗਿਆ। ਦੈਟਸ ਰਾਈਟ। ਜਿਹੜੀਆਂ ਕੰਜ਼ਿਊਮਰ ਪ੍ਰਾਈਸਿਸ ਨੇ ਉਹ ਲਗਾਤਾਰ ਵਧ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੇ ਇੰਨੀ ਤੇਜ਼ੀ ਦੇ ਨਾਲ ਇਨਫਲੇਸ਼ਨ ਵਧੀ ਆ, ਇਹਦਾ ਕੋਈ ਪੈਂਡੈਮਿਕ ਦੇ ਨਾਲ ਸੰਬੰਧ ਹੋ ਸਕਦਾ, ਜਾਂ ਜਿਵੇਂ ਹਾਊਸਿੰਗ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਆਈ ਆ ਉਹਦਾ ਕੋਈ ਇੰਪੈਕਟ ਹੋ ਸਕਦਾ, ਔਰ ਇਕਨੋਮੀ ਦੇ ਉੱਪਰ ਇਹਦਾ ਬ੍ਰੌਡਲੀ ਕੀ ਇੰਪੈਕਟ ਹੋ ਸਕਦਾ? ਦੇਖੋ ਜੀ, ਇਹ ਹੈ ਤਾਂ ਸਾਰੀ ਚੀਜ਼ਾਂ 'ਤੇ ਹੀ ਆ। ਇਨਫਲੇਸ਼ਨ ਇਜ਼ ਬੇਸਡ ਔਨ ਦ ਵੀ ਜਿਹੜੀ ਆਪਾਂ ਜਿਹੜੇ ਪ੍ਰੋਡਕਟ ਲੈਂਦੇ ਆ ਦ ਪ੍ਰਾਈਸ ਆਫ ਦਮ ਟੂ ਦ ਕੰਜ਼ਿਊਮਰ। ਸੋ ਉਸ ਦੇ ਵਿੱਚ ਪਹਿਲੀ ਗੱਲ ਵੀ ਜੇ ਹੁਣ ਪ੍ਰੋਬਲਮ ਇਹ ਹੈ ਵੀ ਗਵਰਨਮੈਂਟ ਨੇ ਇੰਨਾ ਜ਼ਿਆਦਾ ਖਰਚਾ ਕੀਤਾ ਪੈਂਡੈਮਿਕ ਵੇਲੇ ਜੀ, ਕੁਛ ਖਰਚਾ ਤਾਂ ਲੋੜ ਸੀ। ਵੀ ਫੁੱਲੀ ਅੰਡਰਸਟੈਂਡ ਵੀ ਹੈਵ ਟੂ ਹੈਲਪ ਸਪੋਰਟ ਪੀਪਲ ਜਿਨ੍ਹਾਂ ਦੇ ਜੌਬ ਲਾਸ ਹੋ ਗਏ ਸੀ, ਜੌਬ ਸਲੋ ਡਾਊਨ ਹੋ ਗਈ, ਉਹਨਾਂ ਦੀ ਹੈਲਪ ਹੋ ਗਈ, ਕੁਛ ਬਿਜ਼ਨਸ ਨੂੰ ਹੈਲਪ ਕੀਤੇ ਆ। ਬਟ ਦੇयर इज़ ਅ ਲੋਟ ਆਫ ਅਦਰ ਸਪੈਂਡਿੰਗ ਵੀ ਜਿਹੜੇ ਇੰਨਾ ਜ਼ਿਆਦਾ ਖਰਚਾ ਕੀਤਾ ਇਨ ਦਾ ਬਿਲੀਅਨਸ, ਉਸ ਨਾਲ ਜਦੋਂ ਤੇ ਨਾ ਬੇਸਿਕਲੀ ਮਨੀ ਪ੍ਰਿੰਟ ਕਰਨ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਤੁਸੀਂ ਮਨੀ ਜ਼ਿਆਦਾ ਪ੍ਰਿੰਟ ਕਰਦੇ ਹੋ ਸੋ ਮਨੀ ਦੀ ਵੈਲਿਊ ਘੱਟ ਜਾਂਦੀ ਹੈ, ਉਸ ਨਾਲ ਇਨਫਲੇਸ਼ਨ ਵੱਧਦੀ ਹੈ। ਰਾਈਟ, ਉਹ ਗੱਲ ਤੋਂ ਅਸੀਂ ਕਾਫੀ ਚਿਰ ਤੋਂ ਰੌਲਾ ਪਾ ਰਹੇ ਹਾਂ ਵੀ ਤੁਸੀਂ ਚੈੱਕ ਕਰੋ ਵੀ ਐਜ਼ ਇਹ ਹਰੇਕ ਚੀਜ਼ ਤੁਸੀਂ ਬੈਲੈਂਸ ਕਰਨਾ ਚਾਹੀਦਾ। ਇਹ ਨਹੀਂ ਵੀ ਇੱਕਦਮ ਹੀ ਇੰਨਾ ਜ਼ਿਆਦਾ ਕਰ ਦਿਓ, ਬਿਕਾਜ਼ ਜੇ ਇਨਫਲੇਸ਼ਨ ਵੱਧ ਗਿਆ ਉਹ ਐਕਚੁਅਲੀ ਇਟਸ ਲਾਈਕ ਅ ਟੈਕਸ। ਇਹਨੂੰ ਇਨਫਲੇਸ਼ਨ ਟੈਕਸ ਹੁਣ ਗਿਣਿਆ ਜਾਣਾ, ਬਿਕਾਜ਼ ਜਿਹੜੀ ਤੁਸੀਂ ਤੁਹਾਡੀ ਜਿਹੜੀ ਪੇ ਆ ਉਹ ਤਾਂ ਉਨੀ ਹੋਈ ਆ। ਬਿਕਾਜ਼ ਹੁਣ ਪੈਂਡੈਮਿਕ ਵੇਲੇ ਬੋਨਸ ਤਾਂ ਕਿਸੇ ਨੂੰ ਜੇ ਕੋਈ ਪੇ ਤਾਂ ਵੱਧ ਨਹੀਂ ਰਹੀ ਜੀ, ਪਰ ਉਹ ਜਿਹੜੇ ਤੁਸੀਂ ਖਰਚਾ ਕਰ ਰਹੇ ਹੋ ਹਰੇਕ ਚੀਜ਼ ਮਹਿੰਗੀ ਆ, ਸਪੈਸ਼ਲੀ ਔਨ ਦ ਹਾਊਸਿੰਗ ਸਾਈਡ। ਠੀਕ ਆ, ਜਿਹੜੀ ਲੰਬਰ ਦੇ ਕਾਸਟ ਆ, ਦੇयर इज ਨੰਬਰ ਆਫ ਫੈਕਟਰਸ, ਇਟ ਇਜ਼ ਨਾਟ ਜਸਟ ਕੈਨੇਡਾ ਦੇ ਵਿੱਚ ਨਹੀਂ ਗਾ, ਅਮਰੀਕਾ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ, ਐਂਡ ਅਦਰ ਪਲੇਸਿਸ। ਸੋ ਆਮ ਨਾਟ ਰਿਲੇਟਿੰਗ ਦੈਟ ਡਾਇਰੈਕਟਲੀ ਗਵਰਨਮੈਂਟ ਤੇ, ਪਰ ਦੀ ਓਵਰਆਲ ਜਿਹੜੀ ਆਪਣੀ ਡਾਲਰ ਦੀ ਵੈਲਿਊ ਆ ਉਹ ਜ਼ਰੂਰ ਘਟੀ ਹੋਈ ਆ। ਤੇ ਫਿਰ ਕੁਝ ਲੋਕ ਕਹਿਣਗੇ ਵੀ ਨਹੀਂ ਡਾਲਰ ਵੈਲਿਊ ਅਮਰੀਕਨ ਡਾਲਰ ਦੇ ਨਾਲੋਂ ਇੰਨੇ ਨੇੜੇ ਆ, ਦੈਟਸ ਨਾਟ ਦ ਸੇਮ ਥਿੰਗ। ਇੰਡੀਅਨ ਕਰੰਸੀ ਤੋਂ ਵੀ ਅੱਛੀ ਹੋ ਗਈ ਹੈ, ਦੈਟਸ ਨਾਟ ਦ ਸੇਮ ਥਿੰਗ। ਇਟਸ ਵਾਟ ਯੂ ਆਰ ਬਾਇੰਗ ਹੀਅਰ ਇਨ ਕੈਨੇਡਾ, ਯੂਰ ਵੈਲਿਊ। ਹਾਂ ਠੀਕ ਆ, ਤੁਸੀਂ ਅਮਰੀਕਨ ਡਾਲਰ ਬਾਏ ਕਰਦੇ ਹੋ, ਸ਼ਾਇਦ ਉਦੋਂ ਤੁਹਾਨੂੰ ਕੋਈ ਫਾਇਦਾ ਹੋ ਸਕਦਾ, ਔਰ ਐਟਲੀਸਟ ਕਹਿ ਸਕਦੇ ਹਾਂ ਅੱਗੇ ਨਾਲੋਂ ਘੱਟ ਫਰਕ ਆ। ਬਟ ਵੈਨ ਯੂ ਬਾਏ ਅ ਪ੍ਰੋਡਕਟ ਹੀਅਰ, ਅੱਗੇ ਸਾਨੂੰ ਕੁਛ ਕਿੰਨਾ ਮਿਲਦਾ ਸੀਗਾ, ਹੁਣ ਉਹ ਤੋਂ ਥੋੜ੍ਹਾ ਜਿਹਾ ਘੱਟ ਮਿਲਦਾ ਵਾ। ਬਿਲਕੁਲ, ਸਬਜ਼ੀਆਂ ਖਾਸ ਕਰਕੇ ਫਰੂਟਸ ਦੇ ਦੇਖੋ ਰੇਟਸ ਕਿੰਨੇ ਵੱਧ ਚੁੱਕੇ ਨੇ, ਮੇਕਿੰਗ ਅ ਬਿਗ ਡਿਫਰੈਂਸ, ਐਂਡ ਦੇयर इज ਨੰਬਰ ਆਫ ਰੀਜ਼ਨਸ ਫॉर ਇਟ, ਬਟ ਐਟ ਦੀ ਐਂਡ ਆਫ ਦ ਡੇ ਇਟਸ ਆਪਣੇ ਡਾਲਰ ਦਾ ਵੈਲਿਊ ਘੱਟ ਗਿਆ ਜੀ, ਐਂਡ ਇਹ ਮੈਨੇਜ ਕਰਨਾ ਪੈਣਾ, ਅਦਰਵਾਈਜ਼ ਇਟਸ ਬੇਸਿਕਲੀ ਐਨ ਐਕਸਟਰਾ ਟੈਕਸ। ਅੱਗੇ ਹੀ ਲੋਕਾਂ ਦੇ ਕੰਮ ਥੋੜ੍ਹੇ ਜਿਹੇ ਘਟੇ ਹੋਏ ਆ, ਫਾਈਨੈਂਸ਼ੀਅਲੀ ਬਹੁਤ ਲੋਕ ਤੰਗ ਨੇ, ਐਂਡ ਨਾਓ ਹਰੇਕ ਚੀਜ਼ ਮਹਿੰਗੀ ਹੋ ਗਈ, ਐਂਡ ਸਪੈਸ਼ਲੀ ਔਨ ਦੀ ਜਿਹੜੇ ਗਰੋਸਰੀ ਸਾਈਡ ਵਧੀਆ ਆਪਣੇ ਫਰੂਟਸ ਵੈਜੀਟੇਬਲਸ ਮਹਿੰਗੇ ਹੋ ਜਾਂਦੇ ਆ। ਜੇ ਆਪਾਂ ਨੂੰ ਬੱਚਿਆਂ ਨੂੰ ਕਹਿੰਦੇ ਵੀ ਗੁੱਡ ਫੂਡ ਖਾਣਾ ਚਾਹੀਦਾ, ਇਟਸ ਗੈਟਿੰਗ ਮੋਰ ਐਕਸਪੈਂਸਿਵ, ਇਟ ਮੇਕਸ ਇਟ ਮੋਰ ਡਿਫਿਕਲਟ। ਸੋ ਇਹਦੇ ਸਪਿਨ ਆਫ ਇਫੈਕਟਸ ਬਹੁਤ ਹੋ ਜਾਂਦੇ ਨੇ ਜੀ। ਤੇ ਅਗਲਾ ਮੁੱਦਾ ਜੀ ਸਮਿਟ ਦੀ ਜਿਹੜੀ ਮੀਟਿੰਗ ਆ ਉਹ ਹੁਣੇ ਖਤਮ ਹੋਈ ਆ ਬ੍ਰਿਟਨ ਦੇ ਵਿੱਚ। ਦੁਨੀਆ ਦੇ ਜਿਹੜੇ ਪਾਵਰਫੁਲ 7 ਕੰਟਰੀ ਸੀ ਉਹ ਇਕੱਠੇ ਹੋਏ, ਕੈਨੇਡਾ ਵੀ ਉਹਦੇ ਵਿੱਚ ਸੀਗਾ। ਉਸ ਤੋਂ ਬਾਅਦ 19 ਤਰੀਕ ਨੂੰ, 1-2 ਦਿਨਾਂ ਦੀ ਗੱਲ ਆ, ਇੱਕ ਪਾਸੇ ਸੀਗੇ ਜੀ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ, ਦੂਜੇ ਪਾਸੇ ਰਸ਼ੀਆ ਦੇ ਵਲਾਦੀਮੀਰ ਪੁਤਿਨ। ਹਾਲਾਂਕਿ ਜਦੋਂ ਟਰੰਪ ਸਰਕਾਰ ਸੀਗੀ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਖੜਕਦੀ ਰਹੀ, ਈਵਨ ਕਿ ਇਹਨਾਂ ਨੇ ਐਂਬੈਸਡਰ ਵੀ ਨਹੀਂ ਅਪਾਇੰਟ ਕੀਤੇ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ। ਪਰ ਇੱਕ ਜੀ ਉੱਥੇ ਦੀ ਨਾ ਗੈਸ ਪਾਈਪਲਾਈਨ ਸੀਗੀ, ਉਹਦਾ ਨਾਮ ਸੀ ਨੋਰਡ ਸਟਰੀਮ, ਜਿਹਦੇ ਰਾਹੀਂ ਗੈਸ ਜਿਹੜੀ ਆ ਰਸ਼ੀਆ ਨੇ ਜਰਮਨੀ ਤੱਕ ਪਹੁੰਚਾਉਣੀ ਸੀਗੀ, ਔਰ ਅਮਰੀਕਾ ਵੱਲੋਂ ਜਿਹੜੀਆਂ ਸੈਂਕਸ਼ਨਸ ਪਹਿਲਾਂ ਲਗਾਈਆਂ ਹੋਈਆਂ ਸੀ ਉਹ ਵੇਵ ਕਰ ਦਿੱਤੀਆਂ ਗਈਆਂ ਨੇ, ਔਰ ਆਰਗੂਮੈਂਟ ਦਿੱਤਾ ਗਿਆ ਵਾ ਕਿ ਉਹ ਜੀ ਸਾਡੇ ਅਲਾਈ ਹੈਗੇ ਆ, ਤੇ ਅਸੀਂ ਅਲਾਈ ਜਿਹੜਾ ਆਪਣਾ ਦੇਸ਼ ਮਿੱਤਰ ਹੈਗਾ ਉਸ ਨੂੰ ਅਸੀਂ ਐਨਰਜੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ। ਤੇ ਜਿਹੜੇ ਉੱਥੇ ਜੀ ਆਪੋਜੀਸ਼ਨ ਪਾਰਟੀ ਵਿੱਚ ਹੈਗੇ ਅਮਰੀਕਾ 'ਚ,
ਉਹ ਕਹਿੰਦੇ ਭਾਈ ਕੈਨੇਡਾ ਵੀ ਤਾਂ ਤੁਹਾਡਾ ਅਲਾਈ ਸੀ। ਐਬਸੋਲੂਟਲੀ। ਉਹਨਾਂ ਦੀ ਰੀਸੈਂਟਲੀ ਜਿਹੜੀ ਤੁਸੀਂ KX ਜਿਹੜੀ ਪਾਈਪਲਾਈਨ ਆ ਉਹ ਕੈਂਸਲੇਸ਼ਨ ਕੀਤੀ ਆ, ਉਧਰ ਵੀ ਤਾਂ ਤੁਹਾਨੂੰ ਸੋਚਣਾ ਚਾਹੀਦਾ ਸੀ। ਦੇਖੋ ਜੀ, ਇਹ ਆਪਾਂ ਬਲੇਮ ਅਮਰੀਕਾ 'ਤੇ ਨਹੀਂ ਕਰ ਸਕਦੇ। ਆਪਾਂ ਕਹਿ ਸਕਦੇ ਵੀ ਅਮਰੀਕਨ ਚਲ ਠੀਕ ਆ, ਉਹਦੇ ਰਿਲੇਸ਼ਨਸ਼ਿਪ ਵਧਾਉਣ ਦੀ ਕੋਸ਼ਿਸ਼ ਕਰਦੇ ਆ ਰਸ਼ੀਆ ਦੇ ਨਾਲ ਜੀ। ਉਹਨਾਂ ਨੇ ਉਸ ਪਾਈਪਲਾਈਨ ਨੂੰ ਡਿਸਾਈਡ ਕੀਤਾ ਵੀ ਇੱਕ ਪਾਈਪਲਾਈਨ ਨੂੰ ਅਸੀਂ ਐਗਰੀ ਕਰਦੇ ਹਾਂ। ਦੂਜੀ ਪਾਈਪਲਾਈਨ ਜਿਹੜੀ ਕੈਨੇਡਾ ਤੋਂ ਜਾਂਦੇ ਸੀਗੇ, ਜਿਹੜੇ ਵੀ ਆਪਾਂ ਇੰਨੇ ਬੈਸਟ ਫਰੈਂਡ ਤਾਂ ਆਪਣਾ ਅਮਰੀਕਾ ਹੀ ਆ ਇਨ ਮੈਨੀ ਡਿਫਰੈਂਟ ਵੇਜ਼। ਲਾਰਜੈਸਟ ਟ੍ਰੇਡਰ ਹੈ ਜੀ। ਹਾਂਜੀ, ਲਾਰਜੈਸਟ ਟ੍ਰੇਡ ਪਾਰਟਨਰ, ਬਿਲਕੁਲ ਰਾਈਟ। ਕਈ ਤਰੀਕਿਆਂ ਦੇ ਨਾਲ ਆਪਾਂ ਕਲੋਜ਼ ਟੂ them ਕਲੋਜ਼ੈਸਟ, ਪਰ ਆਪਾਂ ਨੂੰ ਐਜ਼ ਇਗਨੋਰ ਕੀਤਾ ਗਿਆ, ਰਾਈਟ। ਆਪਾਂ ਨੂੰ ਉਸ ਹਿਸਾਬ ਦੇ ਨਾਲ ਇੰਨੀ ਰਿਸਪੈਕਟ ਨਹੀਂ ਦਿੱਤੀ ਗਈ ਜਸਟਿਨ ਟਰੂਡੋ ਤੇ ਗਵਰਨਮੈਂਟ ਨੂੰ। ਵੀ ਜਿਹੜੇ ਪਹਿਲੇ ਦਿਨ ਗਵਰਨਮੈਂਟ ਦੇ ਵਿੱਚ ਜੋ ਬਾਈਡਨ ਨੇ ਆਪਣੀ ਪਾਈਪਲਾਈਨ ਕੈਂਸਲ ਕਰਤੀ, ਇਹ ਵੀ ਨਹੀਂ ਸੋਚਿਆ ਵੀ ਸ਼ਾਇਦ ਕੈਨੇਡਾ ਵੱਲੋਂ ਕੋਈ ਰਿਐਕਸ਼ਨ ਹੋਊਗਾ, ਕੋਈ ਨੈਗੇਟਿਵ ਰਿਸਪੌਂਸ ਹੋਊਗਾ। ਉਹਨਾਂ ਨੇ ਇਹ ਵੀ ਨਹੀਂ ਕੀਤਾ। ਇਹ ਵੀ ਆ, ਜਸਟਿਨ ਟਰੂਡੋ ਨੇ ਕੋਈ ਪੁਸ਼ ਕੀਤੇ ਕਿਉਂਕਿ ਉਸ ਪਾਈਪਲਾਈਨ ਦੇ ਨਾਲ ਇੰਨੇ ਅਗਰੀ ਵੀ ਨਹੀਂ ਕਰਦੇ ਸੀਗੇ। ਜ਼ਰੂਰ ਕਹਿੰਦੇ ਜ਼ਰੂਰ ਸੀ, ਪਰ ਇੰਨਾ ਜ਼ਿਆਦਾ ਨਹੀਂ ਉਹਨਾਂ ਨੇ ਪੁਸ਼ ਕੀਤਾ। ਜਿੱਥੇ ਤੱਕ ਸਾਨੂੰ ਪਤਾ ਲੱਗਾ ਉਹਨਾਂ ਨੇ ਫੋਨ ਕਾਲ ਵੀ ਇੱਕ ਹੀ ਕੀਤੀ ਆ। ਅੱਛਾ ਜੀ। ਪਰ ਕਿਹਾ ਜਾ ਰਿਹਾ ਕਿ ਜਿਹੜੇ ਐਕਸਪਰਟਸ ਨੇ ਉਹ ਕਹਿੰਦੇ ਵੀ ਜਿਹੜੇ ਆਪਣੇ ਜੇਸਨ ਕੇਨੀ ਨੇ ਅਲਬਰਟਾ ਦੇ ਪ੍ਰੀਮੀਅਰ, ਉਹਨਾਂ ਵੱਲੋਂ ਜਿਹੜੀ ਆ ਦੂਰ ਅੰਦੇਸ਼ੀ ਨਹੀਂ ਦਿਖਾਈ ਗਈ, ਕਿਉਂਕਿ ਸਾਨੂੰ ਪਤਾ ਹੀ ਸੀਗਾ ਵੀ ਜੋ ਬਾਈਡਨ ਜਿਹੜੇ ਨੇ ਉਹ ਅਲਬਰਟਾ ਦੀ ਗੈਸ ਦੇ ਫੇਵਰ ਵਿੱਚ ਸ਼ੁਰੂ ਤੋਂ ਨਹੀਂ ਹੈਗੇ। ਦੇਖੋ ਜੀ, ਹੁਣ ਪਿੱਛੇ ਬੈਕ ਦੇਖ ਕੇ ਕਹਿਣਾ ਤਾਂ ਬਹੁਤ ਸੌਖਾ ਵਾ ਵੀ ਕੀ ਕਰਨਾ ਚਾਹੀਦਾ ਸੀ। that's everybody can do that ਜੀ। ਬਟ ਐਟ ਦ ਟਾਈਮ ਇਫ ਯੂ ਥਿੰਕ ਅਬਾਊਟ ਇਟ, ਵੀ ਪਾਈਪਲਾਈਨ ਉਦੋਂ ਅਪਰੂਵਡ ਹੋਈ ਸੀ। many jobs depend on it, not just Canada ਦੇ ਵਿੱਚ jobs but American jobs ਵੀ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦੇ ਨੇ। ਸੋ ਤੁਸੀਂ ਉਹ ਵੀ ਸੋਚ ਸਕਦੇ ਸੀ ਕਿ ਵੀ ਇਹ ਜਿਹੜੀ ਇੰਪੋਰਟੈਂਟ ਪਾਈਪਲਾਈਨ ਆ ਜੌਬਸ ਕ੍ਰੀਏਟ ਕਰ ਰਹੇ ਨੇ। ਹੋਰ ਪਾਈਪਲਾਈਨ ਜੇ ਤਾਂ ਆਪਾਂ ਕਹੀਏ ਨਾ ਵੀ ਪਹਿਲੀ ਵਾਰ ਕੋਈ ਨਵੀਂ ਪਾਈਪਲਾਈਨ ਕੱਢ ਰਿਹਾ ਅਮਰੀਕਾ ਦੇ ਵਿੱਚ, ਵੀ ਉਹਦੇ 'ਚ ਆਪਾਂ ਸਰਪ੍ਰਾਈਜ਼ ਕਹਿ ਸਕਦੇ ਵੀ ਸ਼ਾਇਦ ਇਹ ਪ੍ਰੋਬਲਮ ਹੋ ਸਕਦੀ ਆ। ਪਾਈਪਲਾਈਨਸ ਅਮਰੀਕਾ ਦੇ ਵਿੱਚ ਅੱਗੇ ਹੀ ਬਹੁਤ ਜ਼ਿਆਦਾ ਨੇ। there's a lot of many miles of pipelines ਅਮਰੀਕਾ ਦੇ ਵਿੱਚ ਜੀ। ਸੋ ਇਸ ਚੀਜ਼ ਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਨਵੀਂ ਚੀਜ਼ ਸੀਗੀ। ਸੋ ਉਦੋਂ ਆਪਾਂ ਕਹਿ ਸਕਦੇ ਸੀ ਵੀ ਇਹ ਕਦੇ ਕੈਂਸਲ ਹੀ ਨਹੀਂ ਹੋ ਸਕਦੀ, ਨਾ ਹੀ ਕੈਨੇਡਾ ਕਿਵੇਂ ਕੈਂਸਲ ਕਰ ਦੇਣਗੇ। ਬਟ ਅਨਫੋਰਚੂਨੇਟਲੀ ਇਹਨਾਂ ਨੇ ਜਸਟਿਨ ਟਰੂਡੋ ਉਹਨਾਂ ਨੇ ਇੰਨਾ ਪ੍ਰੈਸ਼ਰ ਨਹੀਂ ਪਾਇਆ ਤੇ ਜੋ ਡਿਪਲੋਮੈਟਿਕ ਫੇਲੀਅਰ ਲੱਗਦਾ ਕਿਤੇ ਨਾ ਕਿਤੇ, ਟੋਟਲ ਫੇਲੀਅਰ। ਤੇ ਪਹਿਲੇ ਦਿਨ ਹੀ ਇਹਨੂੰ ਕੈਂਸਲ ਕਰਤਾ। ਕੈਨੇਡਾ ਦੇ ਵਿੱਚ ਵੀ ਜੌਬਸ ਹਰਟ ਹੋਈਆਂ। ਇਟਸ ਗੋਇੰ ਟੂ ਹਰਟ ਆਵਰ ਇਕਨੋਮੀ ਇਨ ਅ ਬਿਗ ਵੇ, ਸਪੈਸ਼ਲੀ ਅਲਬਰਟਾ ਦੇ ਵਿੱਚ। not just ਜਿਹੜੇ ਇਨਵੈਸਟਮੈਂਟ ਕੀਤੇ ਗਏ ਬਟ ਇਨ ਮੈਨੀ ਅਦਰ ਜੌਬਸ। ਅਮਰੀਕਾ 'ਚ ਵੀ ਹਰਟ ਕਰੂ, ਪਰ ਉਹ ਚਲੋ ਉਹਨਾਂ ਨੇ ਡਿਸਾਈਡ ਕਰਤਾ ਵੀ ਅਸੀਂ ਉਸ ਜੌਬਸ ਨੂੰ ਨਹੀਂ ਪ੍ਰੈਫਰ ਕਰਦੇ। ਬਟ ਇਟਸ ਅ ਟੋਟਲ ਫੇਲੀਅਰ, ਡਿਪਲੋਮੈਟਿਕ ਫੇਲੀਅਰ ਜਸਟਿਨ ਟਰੂਡੋ ਵੱਲੋਂ ਜੀ। ਉਪਲ ਸਾਹਿਬ, ਰੀਸੈਂਟਲੀ ਜਿਹੜੀ ਅਗਰ ਨੋਟ ਕਰੀਏ ਆਪਾਂ ਕੈਨੇਡੀਅਨ ਆਰਮੀ ਦੀ ਗੱਲ ਕਰੀਏ, ਹਾਂਜੀ, ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਆ ਕੁਝ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਦੀ ਗੱਲ ਕਰ ਲਈਏ, ਮਿਸਕੰਡਕਟ ਦੀ ਗੱਲ ਕਰ ਲਈਏ, ਕਾਫੀ ਵਧੇ ਨੇ। ਹਾਂਜੀ। ਔਰ ਨੋ ਡਾਊਟ ਜਿਹੜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ ਹਰਜੀਤ ਸੱਜਣ, ਉਹਨਾਂ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਜਾ ਰਿਹਾ। ਪਰ ਰੀਸੈਂਟਲੀ ਕੰਜ਼ਰਵੇਟਿਵਸ ਵੱਲੋਂ ਸੈਂਸਰ ਮੋਸ਼ਨ ਲਿਆ ਦਿੱਤਾ ਗਿਆ ਜੀ। ਕੀ ਕਾਰਨ ਪੈ ਗਈ ਔਰ ਕੀ ਇੰਪਲੀਕੇਸ਼ਨਸ ਹੋ ਸਕਦੀਆਂ ਨੇ ਉਹਦੀਆਂ? ਦੇਖੋ ਜੀ, ਇਸ ਚੀਜ਼ 'ਤੇ ਓਵਰਆਲ ਤਾਂ ਮੈਂ ਹਰਜੀਤ ਸਿੰਘ ਸੱਜਣ ਦੇ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਜੀ। ਮੇਰੇ ਆਈ ਮੀਨ ਜਸਟ ਟੂ ਥਿੰਕ ਅਬਾਊਟ ਇਟ, ਮੈਂ ਤਾਂ ਆਪਦੇ ਬੱਚੇ ਨੂੰ ਵੀ ਦੱਸਦਾ ਹੁੰਦਾ ਵੀ ਆਪਣੇ ਜਿਹੜੇ ਕੈਨੇਡਾ ਦੇ ਵਿੱਚ ਡਿਫੈਂਸ ਮਿਨਿਸਟਰ ਸਿੱਖ ਆ। ਕੀ ਬਾਤ ਹੈ, ਰਾਈਟ। ਲਾਈਕ ਦੈਟਸ ਵੈਰੀ ਇੰਪ੍ਰੈਸਿਵ। ਸੋ ਗੱਲ ਇਹ ਨਹੀਂ ਕਿ, ਪਰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਆਪਣੇ ਕੈਨੇਡੀਅਨ ਡਿਫੈਂਸ ਫੋਰਸਿਸ ਦੇ ਵਿੱਚ ਕੀ ਹੋ ਰਿਹਾ। ਜਿਵੇਂ ਤੁਸੀਂ ਦੱਸਦੇ ਹੋ ਵੀ ਦੇਰਸ ਮੈਨੀ ਕੇਸਿਸ ਆਫ ਥੀਸ ਐਲੀਗੇਸ਼ਨਸ ਜੀ, ਕੇਸਿਸ ਹੋਏ ਨੇ ਤੇ ਉਸ ਨੂੰ ਚੀਜ਼ ਨੂੰ ਕਿਹੜੇ ਤਰੀਕੇ ਦੇ ਨਾਲ ਹੈਂਡਲ ਕਰ ਹੋਏ ਨੇ। ਸੋ ਜਦੋਂ ਇਹ ਰਿਪੋਰਟਸ ਨਿਕਲੀਆਂ ਸੀ, ਉਦੋਂ ਹਰਜੀਤ ਸਿੰਘ ਸੱਜਣ ਨੇ ਐਜ਼ ਏ ਮਿਨਿਸਟਰ ਕਿਹਾ ਸੀਗਾ ਵੀ ਮੈਂ ਪ੍ਰਾਈਮ ਮਿਨਿਸਟਰ ਆਫਿਸ 'ਚ ਵੀ ਇਹ ਗੱਲ ਕੀਤੀ ਆ ਤੇ ਹੋਪਫੁਲੀ ਵੀ ਮੈਨੇਜ ਕਰਨ ਲਈ ਜੀ। ਸੋ ਅਸੀਂ ਕੁਛ ਮਹੀਨਿਆਂ ਤੋਂ ਐਟਲੀਸਟ ਲਾਸਟ 4 months ਕੋਸ਼ਿਸ਼ ਕਰ ਰਹੇ ਸੀਗੇ ਵੀ ਠੀਕ ਹੈ ਜੇ ਹਰਜੀਤ ਨੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਦੱਸ ਦਿੱਤਾ ਐਂਡ ਅਦਰ ਫੰਕਸ਼ਨਸ ਆਫ ਇਟ, ਵੀ ਠੀਕ ਆ ਵੀ ਫਿਰ ਉਹ ਕਿੱਦਾਂ ਹੈਂਡਲ ਕੀਤਾ ਗਿਆ ਵਾ, ਵੀ ਵੇਅਰ ਇਜ਼ ਇਟ ਗੋਇੰਗ। ਕਮੇਟੀ ਦੇ ਵਿੱਚ ਵਿਟਨੈਸਸ ਸੱਦੇ ਗਏ ਨੇ ਐਂਡ ਪ੍ਰਾਈਮ ਮਿਨਿਸਟਰ ਆਫਿਸ ਨਹੀਂ ਮੰਨ ਰਹੇ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਸੋ ਬੇਸਿਕਲੀ ਮੈਂ ਇਹ ਦੇਖ ਰਿਹਾ ਵੀ ਉਹਨਾਂ ਨੇ ਹਰਜੀਤ ਸਿੰਘ ਸੱਜਣ ਨੂੰ ਉੱਤੇ ਲੈਫਟ ਹਿਮ ਆਊਟ ਇਨ ਦ ਕੋਲਡ। ਸੋ ਇਹ ਬਲੇਮ ਉਹਨਾਂ 'ਤੇ ਜਾਂਦਾ, ਜਸਟਿਨ ਟਰੂਡੋ 'ਤੇ ਜਾਂਦਾ ਵੀ ਜੇ ਤੁਸੀਂ ਆਪਣੇ ਮਿਨਿਸਟਰ ਨੂੰ, ਜਾਂ ਤਾਂ ਤੁਸੀਂ ਉਹਦੇ ਮਿਨਿਸਟਰ ਦੀ ਗੱਲ ਨਹੀਂ ਸੁਣੀ ਜੀ, ਜਾਂ ਤੁਸੀਂ ਸੁਣ ਲਈ ਤੇ ਤੁਸੀਂ ਕੇਅਰ ਨਹੀਂ ਕੀਤਾ, ਐਕਸ਼ਨ ਨਹੀਂ ਕੋਈ ਲਿਆ, ਤੇ ਫਿਰ ਜਾਂ ਤਾਂ ਤੁਸੀਂ ਫਿਰ ਮੰਨ ਜਾਓ ਕਿ ਹੁਣ ਕੀ ਆ, ਫਿਰ ਬਲੇਮ ਮਿਨਿਸਟਰ 'ਤੇ ਆਉਣਾ ਜੀ। ਐਂਡ ਦੈਟ ਇਜ਼ ਵਾਟ ਹੈਪਨ। ਸੋ ਐਟ ਦੀ ਐਂਡ ਆਫ ਦ ਡੇ, ਹੁਣ ਪਾਰਲੀਮੈਂਟ ਦੇ ਫਾਈਨਲ ਡੇਜ਼ ਨੇ। ਸੋ ਕੰਜ਼ਰਵੇਟਿਵ ਪਾਰਟੀ ਨੂੰ ਲੱਗਿਆ ਵੀ ਓਕੇ, ਵੀ ਹੁਣ ਸਮਬਡੀ ਹੈਜ਼ ਟੂ ਬੀ ਬਲੇਮਡ ਫॉर ਦਿਸ ਜੀ, ਤੇ ਉਹ ਫਿਰ ਬਲੇਮ ਮਿਨਿਸਟਰ 'ਤੇ ਚਲੇ ਗਿਆ। ਓਕੇ। ਤੇ ਭਾਜੀ ਹੁਣ ਕੈਨੇਡਾ ਡੇ ਆਉਣ ਵਾਲਾ ਜੀ। ਹਾਂਜੀ। ਔਰ ਪਿਛਲੇ ਮੈਨੂੰ ਲੱਗਦਾ ਕੋਈ ਮਹੀਨਾ ਨਹੀਂ ਹੋਇਆ ਜੀ ਕੰਪਲੀਟ,
ਜਿਹੜੇ ਕੈਮਲੂਪਸ ਦਾ ਇਨਸੀਡੈਂਟ ਹੋਇਆ ਸੀਗਾ ਕਿ That's ਉੱਥੇ 215 ਬੱਚਿਆਂ ਦੇ ਜਿਹੜੇ ਆ ਨਰਕੰਕਾਲ ਜਿਹੜੇ ਆ ਉਹ ਮਿਲੇ। ਹਾਂਜੀ, ਕਾਫੀ ਮੰਦਭਾਗੀ ਘਟਨਾ ਸੀਗੀ ਉਹ। ਹੁਣ ਕੈਨੇਡਾ ਡੇ ਆ ਰਿਹਾ ਵਾ ਔਰ ਕਾਫੀ ਕਮਿਊਨਿਟੀਜ਼ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਇਸ ਵਾਰੀ ਜਿਹੜਾ ਵਾ ਕੈਨੇਡਾ ਡੇ ਉਸ ਸ਼ੋਰ ਸ਼ਰਾਬੇ ਦੇ ਨਾਲ ਸ਼ਾਨ ਸ਼ੌਕਤ ਨਾਲ ਨਹੀਂ ਮਨਾਉਣਾ ਚਾਹੀਦਾ। ਕੀ ਕਹਿਣਾ ਚਾਹੋਗੇ ਔਰ ਜਾਂਦਾ ਜਾਂਦਾ ਕੈਨੇਡਾ ਡੇ ਦੇ ਉੱਪਰ ਕੁਝ ਸੰਦੇਸ਼ ਦੇਣਾ ਚਾਹੋ ਦਰਸ਼ਕਾਂ ਨੂੰ? ਲੇਕਿਨ ਮੇਰੇ ਹਿਸਾਬ ਦੇ ਨਾਲ ਵੀ ਠੀਕ ਆ, ਆਪਾਂ ਐਕਨੋਲਜ ਕਰਨਾ ਚਾਹੀਦਾ ਜੀ ਵੀ ਆਪਣੀ ਹਿਸਟਰੀ ਦੇ ਵਿੱਚ ਸਪੈਸ਼ਲੀ ਦਿਸ ਸਿਚੁਏਸ਼ਨ ਵੀ ਆਪਣੇ ਇੰਡੀਜਨਸ ਕਮਿਊਨਿਟੀਜ਼ ਦੇ ਨਾਲ ਰੈਜ਼ੀਡੈਂਸ਼ੀਅਲ ਸਕੂਲਸ ਦੀ ਸਿਚੁਏਸ਼ਨ ਇਜ਼ ਦ ਡਾਰਕੈਸਟ ਚੈਪਟਰ ਕੈਨੇਡੀਅਨ ਹਿਸਟਰੀ ਦੇ ਵਿੱਚ। ਜੀ ਆਪਾਂ ਐਜ਼ ਅ ਕੈਨੇਡੀਅਨ ਸੋਚ ਹੀ ਨਹੀਂ ਸਕਦੇ ਵੀ ਆਪਣੇ ਕੈਨੇਡਾ ਦੇ ਵਿੱਚ ਇਦਾਂ ਹੋਇਆ ਵੀ ਆ, ਐਂਡ ਇਸ ਚੀਜ਼ ਨੂੰ ਆਪਾਂ ਪਹਿਲਾਂ ਇੰਨਾ ਹਾਈਲਾਈਟ ਨਹੀਂ ਕਰਦੇ ਸੀ। ਜਦੋਂ ਮੈਂ ਹੀ ਆਈ ਮੀਨ ਆਮ ਬੋਰਨ ਐਂਡ ਰੇਜ਼ਡ ਇਨ ਕੈਨੇਡਾ, ਅਸੀਂ ਸਕੂਲ ਦੇ ਵਿੱਚ ਨਹੀਂ ਇੰਨਾ ਕੁਛ ਇਸ ਸਿਚੁਏਸ਼ਨ ਬਾਰੇ ਸਿੱਖੇ। ਸੋ ਵੀ ਨੀਡ ਟੂ ਐਜੂਕੇਟ ਪੀਪਲ ਅਬਾਊਟ ਵਾਟ ਹੈਪਨ, ਦਿਸ ਇਜ਼ ਟਰੂਲੀ ਆਰ ਹਿਸਟਰੀ। ਜੀ ਉਹਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਕੈਨੇਡਾ ਡੇ ਕੈਂਸਲ ਕਰਕੇ ਉਹ ਕੋਈ ਐਜੂਕੇਸ਼ਨ ਨਹੀਂ ਬਣਦਾ, ਪ੍ਰੋਟੈਸਟ ਜ਼ਰੂਰ ਬਣਦਾ ਜੀ, ਪਰ ਉਹ ਆਪਾਂ ਨੇ ਕੋਈ ਆਪਾਂ ਐਜੂਕੇਟ ਨਹੀਂ ਕਰਦੇ। ਸੋ ਪਰ ਐਂਡ ਆਲਸੋ ਇਹ ਵੀ ਦੇਖਣਾ ਚਾਹੀਦਾ, ਐਂਡ ਐਜ਼ ਵੀ ਆਲ ਨੋ ਵੀ ਕੈਨੇਡਾ ਦੇ ਵਿੱਚ ਇਹ ਇੰਨਾ ਵਧੀਆ ਦੇਸ਼ ਹੈ ਵੀ ਬਹੁਤ ਲੋਕਾਂ ਨੂੰ ਇੰਨੀ ਓਪਰਚੁਨਿਟੀ ਮਿਲੀ ਇੱਥੇ ਆ ਕੇ। ਜੀ ਵਧੀਆ ਦੇਸ਼ ਹੈ ਇਨ ਦ ਸੈਂਸ ਆਫ ਆਰ ਸੇਫਟੀ ਐਂਡ ਆਰ ਸਿਕਿਉਰਿਟੀ ਵਿਚ ਨੀਡਸ ਟੂ ਗੈਟ ਬੈਟਰ। ਆਈ ਮੀਨ ਥਿੰਗਸ ਡੂ ਹੈਪਨ, ਪਰ ਆਪਾਂ ਨੂੰ ਉਸ ਚੀਜ਼ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਤੇ ਇਹ ਵੀ ਕਹਿ ਸਕਦੇ ਹੋ that we have lots of work to do. So ਆਪਾਂ ਨੂੰ ਕੈਨੇਡਾ ਦੇ we should use that day to celebrate and also educate and acknowledge ਵੀ ਠੀਕ ਆ ਵੀ ਆਪਣੇ we have these things in our past ਤੇ ਹੱਲੇ ਵੀ ਆਪਾਂ ਨੂੰ ਹੋਰ ਵੀ we need ਬਹੁਤ to ਕੁਛ spend ਕਰਨ ਦੀ ਲੋੜ ਆ। We have to find more of these children, ਉਹਨੂੰ ਬੱਚਿਆਂ ਨੂੰ ਆਪਾਂ try to link them to their families, the rightful families, ਉਹ ਕਰਨਾ ਚਾਹੀਦਾ। ਪਰ ਮੈਨੂੰ ਨਹੀਂ ਲੱਗਦਾ ਵੀ ਕੈਂਸਲ ਨਹੀਂ ਕਰਨਾ ਚਾਹੀਦਾ। ਆਪਾਂ ਇਸ ਕੈਨੇਡਾ ਨੂੰ ਸੈਲੀਬ੍ਰੇਟ ਕਰੀਏ, but also acknowledge that we ਆਪਣੇ 'ਚ ਵੀ ਕੁਛ ਕਮੀਆਂ ਕਹਿ ਲਓ, ਗਲਤੀਆਂ ਕਹਿ ਲਓ, that we have a very dark ਸੁਧਾਰ past. ਕੀਤਾ ਜਾ ਸਕਦਾ। ਹਾਂਜੀ। ਤੇ ਉੱਪਲ ਸਾਹਿਬ ਓਟਵਾ ਤੋਂ ਆਏ ਤੁਸੀਂ, ਵੀਕਐਂਡ ਦੇ ਵਿੱਚ ਸਪੈਸ਼ਲ ਸਾਨੂੰ ਸਮਾਂ ਦਿੱਤਾ, Absolutely. ਬਹੁਤ ਬਹੁਤ ਧੰਨਵਾਦ ਆ। ਅਗਲੇ ਆਉਣ ਵਾਲੇ ਸਮੇਂ ਵਿੱਚ ਫਿਰ ਤੁਹਾਨੂੰ ਸੱਦਾ ਦੇਵਾਂਗੇ ਔਰ ਕੁਝ ਹੋਰ ਜਿਹੜੇ ਉਸ ਟਾਈਮ ਤੇ ਮੁੱਦੇ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਜੀ ਐਡਮਿੰਟਨ ਮਿਲਵੁਡਸ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਉੱਪਲ ਜੀ, ਜਿਨ੍ਹਾਂ ਨਾਲ ਅੱਜ ਫੈਡਰਲ ਪੋਲਿਟਿਕਸ ਦੇ ਕੁਝ ਅਹਿਮ ਮੁੱਦਿਆਂ ਉੱਪਰ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।